ਧੰਨਵਾਦ ਕਰਦੀ ਹਾਂ ਪਿਤਾ ਪਰਮੇਸ਼ਵਰ ਅੱਜ ਦੇ ਸੋਹਣੇ ਦਿਨ ਦੇ ਲਈ ਖੁਦਾ, ਜੋ ਅੱਜ ਦਾ ਸਬਤ ਦਾ ਦਿਨ, ਹਫ਼ਤੇ ਦਾ ਪਹਿਲਾ ਦਿਨ ਖੁਦਾ ਸਾਡੇ ਜੀਵਨ ਦੇ ਵਿੱਚ ਦਿੱਤਾ ਆ ਖੁਦਾ। ਤੇਰਾ ਧੰਨਵਾਦ ਕਰਦੇ ਹਾਂ ਆਪ ਜੀ ਦੀਆਂ ਸਾਰੀਆਂ ਮਿਹਰਬਾਨੀਆਂ ਦੇ ਲਈ, ਭਲਾਈਆਂ ਦੇ ਲਈ ਸ਼ੁਕਰਗੁਜ਼ਾਰ ਹਾਂ ਪਿਤਾ। ਤੁਹਾਡੇ ਚਰਨਾਂ ਦੇ ਵਿੱਚ ਆਏ ਹਾਂ ਪਿਤਾ, ਤੇਰਾ ਧੰਨਵਾਦ ਕਰਦੇ ਹਾਂ। ਮੇਰੇ ਘਰ ਦੇ ਉੱਤੇ, ਪਰਿਵਾਰ ਦੇ ਉੱਤੇ ਖੁਦਾ ਤੇਰੀ ਵੱਡੀ ਕਿਰਪਾ ਹੋਈ ਖੁਦਾ, ਤੇਰਾ ਕਬਜ਼ਾ ਪਿਤਾ ਪਰਮੇਸ਼ਵਰ ਇਸ ਸਥਾਨ ਤੇ ਹੋਵੇ। ਤੇਰਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਅੱਜ ਦੀ ਮੀਟਿੰਗ ਨੂੰ ਖੁਦਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਖੁਦਾ ਤੁਹਾਡੇ ਹੱਥ ਵਿੱਚ ਦਿੰਦੇ ਹਾਂ ਖੁਦਾ। ਪਿਤਾ ਪਰਮੇਸ਼ਵਰ ਅੱਜ ਦਾ ਤੇਰੇ ਚਰਨਾਂ ਦੇ ਵਿੱਚ ਆਉਣਾ ਬਰਕਤ ਦਾ ਕਾਰਨ ਹੋਵੇ। ਯਿਸੂ ਨਾਸਰੀ ਤੇਰਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਭਵਨ ਨੂੰ ਤੁਹਾਡੇ ਹੱਥ ਵਿੱਚ ਦਿੱਤਾ ਖੁਦਾ ਪਿਤਾ ਪਰਮੇਸ਼ਵਰ। ਇਸ ਭਵਨ ਦੇ ਚਫੇਰੇ ਖੁਦਾ ਤੇਰੇ ਦੂਤਾਂ ਦੀ ਵਾੜ ਮੰਗਦੇ ਹਾਂ ਖੁਦਾ। ਅੰਧਕਾਰ ਦੀਆਂ ਜਿੰਨੀਆਂ ਸ਼ਕਤੀਆਂ ਯਿਸੂ ਦੇ ਨਾਂ ਦੇ ਨਾਲ ਸਾਰੀਆਂ ਨੂੰ ਬੰਦ ਕਰਦੇ ਹਾਂ ਪਿਤਾ ਪਰਮੇਸ਼ਵਰ ਤੇਰੇ ਨਾਂ ਦੇ ਨਾਲ। ਪਿਤਾ ਪਰਮੇਸ਼ਵਰ ਤੇਰਾ ਬਲ, ਤੇਰੀ ਸਾਮਰਥ ਕੰਮ ਕਰੇ ਪਿਤਾ ਪਰਮੇਸ਼ਵਰ। ਜਿੰਨੇ ਅੱਜ ਦੇ ਲਾਈਵ ਪ੍ਰੋਗਰਾਮ ਨੂੰ ਦੇਖ ਰਹੇ ਆ ਖੁਦਾ ਭੈਣ ਭਰਾ, ਸਾਰਿਆਂ ਦੇ ਜੀਵਨ ਦੇ ਵਿੱਚ ਆਸ਼ੀਸ਼ ਹੋਵੇ ਪਿਤਾ ਪਰਮੇਸ਼ਵਰ। ਸਾਰਿਆਂ ਦੇ ਜੀਵਨ ਦੇ ਵਿੱਚ ਖੁਦਾ ਅਨੁਗ੍ਰਹਿ ਹੋਵੇ ਮੇਰੇ ਪਿਤਾ ਪਰਮੇਸ਼ਵਰ। ਤੇਰਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ। ਅੱਜ ਦਾ ਵਚਨ ਪਿਤਾ ਪਰਮੇਸ਼ਵਰ ਅੱਗ ਦਾ ਤਾਇਆ ਹੋਇਆ ਪਿਤਾ ਪਰਮੇਸ਼ਵਰ ਸਾਡੇ ਸਾਰਿਆਂ ਦੇ ਲਈ ਇੱਕ ਆਸ਼ੀਸ਼ ਦਾ ਕਾਰਨ ਹੋਵੇ ਪਿਤਾ ਪਰਮੇਸ਼ਵਰ। ਉਹ ਵਚਨ ਅੱਗ ਦਾ ਤਾਇਆ ਹੋਇਆ ਪ੍ਰਭੂ ਜੀ ਉਹ ਤੇਰੇ ਵੱਲੋਂ ਹੋਵੇ ਪਿਤਾ ਪਰਮੇਸ਼ਵਰ। ਤੁਹਾਡੇ ਦਾਸਾਂ ਨੂੰ ਪ੍ਰਭੂ ਜੀ ਮੈਂ ਤੁਹਾਡੇ ਹੱਥ ਵਿੱਚ ਦਿੰਨੀ ਆ ਖੁਦਾ, ਵੱਡੀ ਆਸ਼ੀਸ਼ ਤੇ ਬਰਕਤ ਕਰ ਪਿਤਾ ਪਰਮੇਸ਼ਵਰ। ਤੁਹਾਡਾ ਧੰਨਵਾਦ ਕਰਦੇ ਹਾਂ, ਅਨੁਗ੍ਰਹਿ ਆਪ ਜੀ ਦਾ ਚਾਹੁੰਦੇ ਹਾਂ ਪਿਤਾ ਪਰਮੇਸ਼ਵਰ। ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ, ਤੁਸੀਂ ਦਇਆ ਕਰੋ, ਕਿਰਪਾ ਕਰੋ ਪਿਤਾ। ਤੁਹਾਡਾ ਧੰਨਵਾਦ ਕਰਦੀ ਹਾਂ। ਕੌਣ ਸਾਡੇ ਪਰਮੇਸ਼ਵਰ ਜੋਗਾ ਦੇ ਤੁਲ ਹੈ ਜਿਹੜਾ ਉਚਾਈ ਤੇ ਵਸਦਾ ਹੈ। ਆਮੀਨ। ਥੈਂਕ ਯੂ ਜੀਸਸ। ਤੇਰਾ ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਮੈਂ ਆਪਣੀਆਂ ਅੱਖਾਂ ਪਹਾੜਾਂ ਵੱਲ ਚੁੱਕਾਂਗਾ, ਮੇਰੀ ਸਹਾਇਤਾ ਕਿੱਥੋਂ ਆਵੇਗੀ? ਮੇਰੀ ਸਹਾਇਤਾ ਯਹੋਵਾ ਤੋਂ ਹੈ ਜੋ ਆਕਾਸ਼ ਤੇ ਧਰਤੀ ਦਾ ਕਰਤਾ ਹੈ। ਆਮੀਨ। ਥੈਂਕ ਯੂ ਜੀਸਸ। ਤੇਰਾ ਧੰਨਵਾਦ ਕਰਦੀ ਹਾਂ, ਧੰਨਵਾਦ ਕਰਦੀ ਹਾਂ ਆਪ ਜੀ ਦੀਆਂ ਸਾਰੀਆਂ ਭਲਾਈਆਂ ਦੇ ਲਈ, ਮਿਹਰਬਾਨੀਆਂ ਦੇ ਲਈ ਖੁਦਾ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਸਬਤ ਦੇ ਦਿਨ ਦੇ ਵਿੱਚ ਖੁਦਾ ਪਿਤਾ ਪਰਮੇਸ਼ਵਰ ਵੱਡੀ ਆਸ਼ੀਸ਼ ਤੇ ਬਰਕਤ ਕਰਨੀ ਪਿਤਾ ਪਰਮੇਸ਼ਵਰ। ਤੁਸੀਂ ਦਇਆ ਤੇ ਕਿਰਪਾ ਕਰਨ ਵਾਲੇ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੀ ਹਾਂ, ਧੰਨਵਾਦ ਕਰਦੀ ਹਾਂ, ਧੰਨਵਾਦ ਕਰਦੀ ਹਾਂ ਪ੍ਰਭੂ ਜੀ। ਜਿੰਨੇ ਸਿਰ ਤੁਹਾਡੇ ਚਰਨਾਂ ਦੇ ਵਿੱਚ ਝੁਕ ਗਏ ਆ ਖੁਦਾ, ਇੱਕ ਇੱਕ ਨੂੰ ਆਸ਼ੀਸ਼ ਤੇ ਬਰਕਤ ਦੇ ਪਿਤਾ ਪਰਮੇਸ਼ਵਰ। ਤੁਸੀਂ ਦਇਆ ਤੇ ਕਿਰਪਾ ਕਰਨੀ ਪਿਤਾ ਪਰਮੇਸ਼ਵਰ। ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ। ਤੁਸੀਂ ਦਇਆ ਤੇ ਕਿਰਪਾ ਵਿਖਾਉਣ ਵਾਲੇ ਪਰਮੇਸ਼ਵਰ, ਤੁਹਾਡਾ ਧੰਨਵਾਦ ਕਰਦੀ ਹਾਂ। ਆਦਰ ਮਹਿਮਾ ਜਲਾਲ ਸਾਰਾ ਪ੍ਰਭੂ ਜੀ ਤੁਹਾਡੇ ਨਾਮ ਨੂੰ ਦਿੰਦੇ ਆ ਪਿਤਾ ਪਰਮੇਸ਼ਵਰ। ਤੇਰਾ ਧੰਨਵਾਦ ਕਰਦੇ ਹਾਂ। ਆਦ ਤੋਂ ਅਬਦ ਤੱਕ ਕਾਇਮ ਰਹਿਣ ਵਾਲੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ। ਛੇਤੀ ਆਉਣ ਵਾਲੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਪ੍ਰਭੂ ਯਿਸੂ। ਤੁਸੀਂ ਦਇਆ ਤੇ ਕਿਰਪਾ ਨੂੰ ਵਿਖਾਉਣਾ, ਤੁਹਾਡਾ ਧੰਨਵਾਦ ਕਰਦੀ ਹਾਂ। बेनती ਨੂੰ सुनो, कबूल करो। यीशु नासरी दे जिंदा नाच मंगदी हां। आमीन। हालेलुया, हालेलुया। सो आइए हम वचन संहिता पढ़ेंगे 100 नंबर। सो अपने स्थान पे खड़े होंगे। सो आज की वचन संहिता नंबर 100। लॉर्ड जीसस, थैंक यू। तो सब लोग अपनी बाइबल को लें और वचन संहिता 100 नंबर निकालें। उस्तत अते धन्नवाद। हालेलुया, हालेलुया। हे सारी धरती दियो, हे सारी धरती दियो, यहोवा ने ललकारो, यहोवा ने ललकारो, आनंद होके, आनंद होके, यहोवा दी उपासना करो, यहोवा दी उपासना करो, जय जयकार करते हुए, जय जयकार करते हुए, ओदी हजूरी विच आओ, ओदी हजूरी विच आओ, जान रखो, जान रखो, भाई यहोवा ही परमेश्वर है, भाई यहोवा ही परमेश्वर है। ओने सानू साजिया, ओने सानू साजिया, अते असी ओदे हां, अते असी ओदे हां, असी ओदी प्रजा, असी ओदी प्रजा, अते ओदी जूदियां भेडां हां। असी ओदी जूदियां भेडां हां। धन्नवाद करते हुए, धन्नवाद करते हुए, ओदे फाटकां दे अंदर, ओदे फाटकां दे अंदर, अते उस्तत करते हुए, अते उस्तत करते हुए, ओदे दरबार विच आओ, ओदे दरबार विच आओ, ओदा धन्नवाद करो, ओदा धन्नवाद करो, अते ओदे नाम नू मुबारक आखो। अते नाम नू मुबारक आखो। यहोवा ता भला है, यहोवा ता भला है, ओदी दया सदीपक है, ओदी दया सदीपक है, अते ओदी वफादारी अते ओदी वफादारी पीढ़ियों पीढ़ी तक है। पीढ़ियों पीढ़ी तक है। यहोवा ता भला है, यहोवा ता भला है, ओदी दया सदीपक है, ओदी दया सदीपक है, अते ओदी वफादारी पीढ़ियों पीढ़ी तक है। अते ओदी वफादारी पीढ़ियों पीढ़ी तक है। सो अपने दाहिने हाथ को ऊपर उठाते हुए प्रभु का धन्यवाद करेंगे आज के इस दिए हुए अच्छे वचन। धन्यवाद। छह सारी पृथ्वी के लोगों, यहोवा के लिए ललकारो, यहोवा के लिए अपनी आवाज को उठाओ और आनंद के साथ उसकी उपासना करो और जय जयकार के साथ उसके भवन में जाओ। तो धन्यवाद करते हैं प्रभु आज के दिन के लिए और स्तुति और महिमा के साथ हम तेरे पास आते हैं।
तेरे नाम को ऊंचा उठाते हैं। और यहोवा तो भला है और उसकी दया सदा हमारे साथ है और उसकी वफादारी पीढ़ी दर पीढ़ी हमारे जीवन में बनी रहती है। हालेलुया। धन्यवाद करते हैं आज के दिन के लिए, आज के इस सप्ताह के लिए जो आपने हमारे जीवन में किया। जब हम तेरी आराधना में आगे बढ़ते हैं, तेरे वचन के लिए आगे बढ़ते हैं, तो हम सबके साथ हो, तेरा अनुग्रह और तेरी महिमा हम सबके जीवन में होती जाए। धन्यवाद करते हैं। धन्यवाद कितना गहरा प्यार यीशु का, सागर से भी विशाल। हो धन्यवाद, हो धन्यवाद, हो क्या तुम अनाथ हो या फिर तुम नेत्रहीन हो? क्या तुम अनाथ हो या फिर तुम नेत्रहीन हो? यीशु को अपना सच्चा मित्र जान लो, यीशु को अपना मान लो। सच्चा मित्र जान लो, कितना गहरा प्यार यीशु का, सागर से भी विशाल। हो धन्यवाद, हो धन्यवाद, हो धन्यवाद, क्या तुम अनाथ हो या फिर तुम नेत्रहीन हो? क्या तुम अनाथ हो या फिर तुम नेत्रहीन हो? यीशु को अपना सच्चा मित्र जान लो, यीशु को अपना मान लो। सच्चा मित्र जान लो, कितना गहरा प्यार यीशु का, सागर से भी विशाल। हो धन्यवाद, हो धन्यवाद, हो धन्यवाद, हो धन्यवाद। क्या तुम थके हो, बोझ से दबे हो, यीशु बुलाता तुम्हें। क्या तुम थके हो, बोझ से दबे हो, यीशु बुलाता तुम्हें। यीशु
को अपना सच्चा मित्र जानी लूं, यीशु को अपना मानी लूं, सच्चा मित्र जानी लूं। कितना गहरा प्यार यीशु का, सागर से भी विशाल। हो धन्यवाद, हो धन्यवाद, हो धन्यवाद, हो धन्यवाद, हो धन्यवाद, हो धन्यवाद। क्या तुम अनाथ हो या फिर तुम नेत्रहीन हो? क्या तुम अनाथ हो या फिर तुम नेत्रहीन हो? यीशु को अपना माने, सच्चा मित्र जानी लो, यीशु को अपना मानी लो, सच्चा मित्र जानी लो। कितना गहरा प्यार यीशु का, सागर से भी विशाल। ओ धन्यवाद, ओ धन्यवाद, ओ धन्यवाद, ओ खुदावंद तेरा शुक्र तारीफ तेरी तमजीद करते हैं खुदा, तो वो आदर और महिमा के योग्य है। आज सुबह के वक्त खुदा आपकी उपस्थिति में आने के लिए हमें अवसर दिया। खुदावंद हम तेरा शुक्र करते हैं, तेरी बड़ाई करते हैं। तेरे बेटे बेटियां जितने लोग आज हमारे साथ आए हैं, वो सब लोग आशीषित हों। आमीन। तेरे पुत्र यीशु के लहू में उन्हें छुपा देते हैं। यस लॉर्ड, आमीन। अवसर को बहमुला करके जाओ। खुदा जो तुमने हमें अवसर दिया है, इन बातों को हम स्मरण करते हैं। कुछ समय खुदा आपके वचन को मनन करने के लिए आपने अवसर दिया। कुछ समय खुदा आपकी बड़ाई करने के लिए आपने हमें अवसर दिया है। आज हम तेरे कलाम से कुछ बातों को जानें। वो तेरे बच्चों के लिए, मेरे लिए एक आशीष का कारण। हालेलुया, हालेलुया, हालेलुया। सो खुदा दे पवित्र कलाम दे नाल आप सारे नु मैं स्वागत करता हूं आज दे सुंदर और अच्छे अवसर के लिए। आमीन, आमीन। सो पहला वचन जो तुहाडे लिए, मेरे लिए आशीष का कारण, उस वचन नु आपां वेखण जा रहे हैं। पढ़िए इफिसियां दी पत्री उदा 6 अध्याय, और सब तो पहला आपां उदा 10वां वचन ध्यान करें। सो जेडे मेरे नाल इस स्थान पे आ बाइबल खोल सकते हैं, नहीं तो मैं अपनी बाइबल खोली आ,
मैं पढ़ा, अगर तुम्हारी इच्छा आ तो तुसी भी पढ़ सकते हो। ਮੁੱਕਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋ। सो मेरे भैन भरावो, प्रभु यीशु मसीह के पवित्र और सुंदर नाम दे विच मैं आप सब नूं स्वागत करदा और ये वचन तुहाडे लई लाभदायक हो। ये वचन तुहाडे जीवन दे विच आशीष और बरकत लेके आवे। और 10वें वचन दे विच इस तरह लिखिया आ, मुक्ति गल प्रभु विच अते उहदी शक्ति दे पराक्रम विच तकड़े हो। संत पौलुस ने इफिसुस दी कलीसिया नूं इस तरह लिखिया, मुक्ति गल प्रभु दे पराक्रम दे विच, उहदी सामर्थ दे विच ते उहदी शक्ति दे विच की हो जाओ, तकड़े हो जाओ। हुण मेरे भैन भरावो, तुहानू विश्वास के जीवन दे विच तकड़े होने की लोड़ है, विश्वास के विच खड़े होने की लोड़ आ, क्योंकि आ समा जिहड़ा आ बड़ा ही नाजुक है। उसने पत्री लिखी और इफिसिया दी कलीसिया नूं तकड़े किया और उन्होंने कहा कि प्रभु के पराक्रम दे विच, उहदी सामर्थ दे विच तुसीं की हो जाओ, तकड़े हो जाओ। और 11वां वचन थोड़ा देखेंगे अपन, परमेश्वर दे सारे शस्त्र बस्तर धारो। परमेश्वर दे सारे शस्त्र, जो परमेश्वर ने तुहानू शस्त्र दिते आ उन्होंने धारो, जो तुहानू उन वस्त्र दिते आ उन्होंने भी पहन लो। सो परमेश्वर दे सारे शस्त्र और वस्त्र धारो, पहन लो, क्योंकि हुण परमेश्वर की सामर्थ, परमेश्वर की शक्ति और परमेश्वर का पराक्रम तुहाडे उत्ते। उस तो अगे देखांगे, ਤਾਂ ਜੋ ਤੁਸੀਂ शैतान दे छल छिद्रां दे सामने खलो सको। तां जो तुसीं शैतान दे छल छेदर दे सामने खड़े रह सको। और इत्थे मैं ज्यादा गल्लां तुहाडे नाल नहीं करनियां, इस तो अगली गल जिहड़ी आ बहुत साडे लई इंपॉर्टेंट आ। पढ़िए जरा उतों, क्यों जो साडी लड़ाई लहू अते मांस नाल नहीं, क्योंकि तुहाडी और मेरी लड़ाई जिहड़ी आ परमेश्वर दी कलीसिया दा जिहड़ा युद्ध आ वो संसार दे नाल नहीं है, संसार दे लोकां दे नाल नहीं है। तुहाडी लड़ाई जिहड़ी आ लहू ते मांस दी नहीं आ। इन्हां गल्लां दे लई तुहानूं चंगी तरह समझ लेना चाहिए। संत पौलुस ने इफिसियां नूं पत्री लिखी और इफिसुस दी कलीसिया नूं तकड़ा किया। सो अज परमेश्वर दे वचन नूं मैं तुहाडे लई रिलीज करदा हां। तुसीं तकड़े हो जाओ, उहदे पराक्रम दे विच, उहदी सामर्थ दे विच ते उहदी शक्ति दे विच। सो पौलुस की कहंदा है, तुहाडी लड़ाई जिहड़ी आ लहू ते मांस नाल नहीं आ। फिर कादे नाल? अगला वचन जिहड़ा आ या अगली लाइन जिहड़ी आ इस तो भी इंपॉर्टेंट आ। वचन नूं समझना साडे लई बहुत जरूरी है। प्रभु दे अगे नित प्रार्थना करते रहो, प्रभु तो सोझी मंगो, प्रभु तो ज्ञान मंगो, प्रभु तो बुद्ध मंगो। और बाणी दे विच लिखिया भी होया आ, जे किसी दे कोल बुद्ध दा घाटा होवे ते ओ परमेश्वर तो मंगे, ओ बिना अलामे उसनों देवेगा। आमीन आमीन। सो जे तुहाडे कोल बुद्ध दा घाटा आ ते उहदे तो मंग, जे तुहाडे कोल ज्ञान दा घाटा आ ते उहदे तो मंग लो। प्रभु दे चरणां दे विच बैठो, प्रभु की वडियाई करो, नित प्रार्थना करो। उस लाइन को असीं थोड़ा स्मरण करांगे। सो तुहाडी लड़ाई जिहड़ी आ लहू ते मांस नाल नहीं आ, फिर किहदे नाल आ? सुनो जरा, सगों हकूमतां, इख्तियारां अते इस
ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ। ਸੋ ਤੁਹਾਡੀ ਲੜਾਈ ਜਿਹੜੀ ਆ ਲਹੂ ਤੇ ਮਾਸ ਨਾਲ ਨਹੀਂ ਆ, ਅੰਧਕਾਰ ਦੇ ਮਹਾਰਾਜਿਆਂ ਨਾਲ ਆ, ਜੋ ਸਵਰਗ ਦਾ ਰਾਹ ਡੱਕ ਕੇ ਖੜੇ ਆ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਆ। ਸੋ ਸਾਡੀ ਲੜਾਈ ਜਿਹੜੀ ਆ ਲਹੂ ਤੇ ਮਾਸ ਨਾਲ ਨਹੀਂ ਆ, ਸਾਡੀ ਲੜਾਈ ਜਿਹੜੀ ਆ ਜਗਤ ਦੇ ਨਾਲ ਨਹੀਂ ਆ, ਸਾਡੀ ਲੜਾਈ ਜਿਹੜੀ ਆ ਅੰਧਕਾਰ ਦੇ ਮਹਾਰਾਜਿਆਂ ਨਾਲ ਆ, ਜਿਹੜੇ ਸਵਰਗ ਦੇ ਰਾਹ ਨੂੰ ਡੱਕਦੇ ਆ। ਸੋ ਤੁਸੀਂ ਪਰਮੇਸ਼ਵਰ ਦੇ ਪਰਾਕਰਮ ਦੇ ਵਿੱਚ, ਉਹਦੀ ਸਾਮਰਥ ਦੇ ਵਿੱਚ, ਉਹਦੀ ਸ਼ਕਤੀ ਦੇ ਵਿੱਚ ਤਕੜੇ ਬਣੋ। ਪਵਿੱਤਰ ਆਤਮਾ ਦੀ ਸਾਮਰਥ ਨੂੰ ਲਓ, ਪਵਿੱਤਰ ਆਤਮਾ ਦੀ ਸ਼ਕਤੀ ਨੂੰ ਲਓ। ਔਰ ਜੇ ਤੁਹਾਡੇ ਕੋਲ ਪਵਿੱਤਰ ਆਤਮਾ ਦੀ ਸਾਮਰਥ ਹੋਵੇਗੀ, ਜੇ ਤੁਹਾਡੇ ਕੋਲ ਪਵਿੱਤਰ ਆਤਮਾ ਦੀ ਸ਼ਕਤੀ ਹੋਵੇਗੀ, ਤਦ ਤੁਸੀਂ ਸ਼ੈਤਾਨ ਦੇ ਛਲ ਛੇਦਰ ਤੋਂ ਬਚ ਸਕੋਗੇ। ਸ਼ੈਤਾਨ ਦੀਆਂ ਚਾਲਾਂ ਤੋਂ ਤਦ ਤੁਸੀਂ ਵਾਕਿਫ ਹੋਵੋਗੇ, ਹੈ ਨਾ। ਤੇ ਇਫਸੀਆਂ ਦੀ ਪੱਤਰੀ ਦੇ ਵਿੱਚ ਪੌਲੁਸ ਨੇ ਇਫਸੁਸ ਦੀ ਕਲੀਸਿਆ ਨੂੰ ਅਲਰਟ ਕੀਤਾ। ਸੋ ਮੈਂ ਤੁਹਾਨੂੰ ਇਹਨਾਂ ਵਚਨਾਂ ਦੇ ਨਾਲ ਅਲਰਟ ਕਰ ਰਿਹਾ, ਉਹਦੇ ਪਰਾਕਰਮ ਦੇ ਵਿੱਚ, ਉਹਦੀ ਸਾਮਰਥ ਦੇ ਵਿੱਚ, ਉਹਦੀ ਸ਼ਕਤੀ ਦੇ ਵਿੱਚ ਮੇਰੇ ਭੈਣੋ ਤੇ ਭਰਾਵੋ ਤੇ ਪਰਮੇਸ਼ਵਰ ਦੇ ਬੱਚਿਓ ਤਕੜੇ ਹੋ ਜਾਓ। ਆਮੀਨ ਆਮੀਨ। ਕੀ ਹੋ ਜਾਓ ਤੁਸੀਂ? ਤਕੜੇ ਹੋ ਜਾਓ। ਸੋ ਆਪਾਂ ਥੋੜਾ ਜਿਹਾ ਅੱਗੇ ਹੋਰ ਵੱਧ ਜਾਈਏ ਤਾਂ ਇਸ ਕਾਰਨ ਤੁਸੀਂ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ। ਪਰਮੇਸ਼ਵਰ ਦੇ ਸਾਰੇ ਸ਼ਸਤਰ ਵਸਤਰ। ਪਰਮੇਸ਼ਵਰ ਦੇ ਸ਼ਸਤਰ ਕੀ ਹੈ? ਪਰਮੇਸ਼ਵਰ ਦੇ ਵਸਤਰ ਕੀ ਆ? ਜਿਵੇਂ ਇੱਕ ਯੁੱਧ ਔਰ ਰਣਭੂਮੀ ਦੇ ਵਿੱਚ ਯੋਧਾ ਜਾਂਦਾ ਆ, ਉਹ ਤੋਪ ਲੈਂਦਾ ਆ, ਤਲਵਾਰ ਲੈਂਦਾ ਆ, ਢਾਲ ਲੈਂਦਾ ਆ, ਝਿਲਮ ਲੈਂਦਾ ਆ, ਤੇ ਫਿਰ ਉਹ ਯੁੱਧ ਲਈ ਨਿਕਲਦਾ ਹੈ। ਤੇ ਤੁਹਾਡੇ ਆਤਮਿਕ ਯੁੱਧ ਦੇ ਹਥਿਆਰ ਜਿਹੜੇ ਆ ਉਹ ਸਰੀਰਕ ਨਹੀਂ ਆ, ਤੁਹਾਡੇ ਆਤਮਿਕ ਯੁੱਧ ਦੇ ਹਥਿਆਰ ਜਿਹੜੇ ਆ ਆਤਮਿਕ ਆ। ਤੁਹਾਡੇ ਯੁੱਧ ਦੇ ਹਥਿਆਰ ਜਿਹੜੇ ਆ ਭਰਾਵੋ ਤੇ ਭੈਣੋ, ਪਰਮੇਸ਼ਵਰ ਦੇ ਬੱਚਿਓ, ਉਹ ਸਰੀਰਕ ਨਹੀਂ ਆ, ਆਤਮਿਕ ਆ। ਇਸ ਗੱਲ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲੈਣਾ। ਤੁਹਾਨੂੰ ਲਾਠੀਆਂ ਤੇ ਸੋਟਿਆਂ ਦੀ ਲੋੜ ਨਹੀਂ ਆ, ਜਾਂ ਤੁਹਾਨੂੰ ਹੋਰ ਕਿਸੇ ਹਥਿਆਰ ਦੀ ਲੋੜ ਨਹੀਂ ਆ। ਤੁਹਾਨੂੰ ਕਾਹਦੀ ਲੋੜ ਆ? ਪਰਮੇਸ਼ਵਰ ਦੇ ਪਵਿੱਤਰ ਸ਼ਬਦ ਦੀ ਲੋੜ ਹੈ। ਤੁਹਾਨੂੰ ਪਾਕ ਰੂਹ ਦੀ ਲੋੜ ਆ, ਤੁਹਾਨੂੰ ਪਵਿੱਤਰ ਆਤਮਾ ਦੀ ਸ਼ਕਤੀ ਦੀ ਲੋੜ ਆ। ਕਿਉਂਕਿ ਸਾਡੀ ਲੜਾਈ ਜਿਹੜੀ ਆ ਲਹੂ ਤੇ ਮਾਸ ਨਾਲ ਨਹੀਂ ਆ, ਅੰਧਕਾਰ ਦੇ ਮਹਾਰਾਜਿਆਂ ਦੇ ਨਾਲ ਆ। ਕਿਹੜੇ? ਅੰਧਕਾਰ ਦੇ ਮਹਾਰਾਜੇ, ਜਿਹੜੇ ਸਵਰਗ ਦਾ ਰਾਹ ਡੱਕਦੇ ਆ, ਜਿਹੜੇ ਸਵਰਗ ਦਾ ਰਾਹ ਦੇ ਵਿੱਚ ਰੁਕਾਵਟ ਕਰਦੇ ਆ, ਜਿਹੜੇ ਤੁਹਾਡੇ ਭਗਤੀ ਦੇ ਰੂਪ ਦੇ ਵਿੱਚ ਹਾਂਜੀ ਆ ਕੇ ਕਈ ਵਾਰ ਤੁਹਾਨੂੰ ਭੁਲੇਖਾ ਦਿੰਦੇ ਆ। ਤੁਸੀਂ ਉਹਨਾਂ ਨੂੰ ਸਹਿਜ ਦੇ ਨਾਲ ਪਛਾਣੋ ਤੇ ਉਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰੋ। ਕਿੱਦਾਂ? ਪ੍ਰਾਰਥਨਾ ਤੇ ਬੇਨਤੀਆਂ ਨਾਲ। ਇੱਕ ਲਫ਼ਜ਼ ਬਹੁਤ ਅੱਗੇ ਇੰਪੋਰਟੈਂਟ ਆ, ਭਾਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ। ਤੁਸੀਂ ਬੁਰੇ ਦਿਨਾਂ ਦੇ ਵਿੱਚ ਕੀ ਕਰ ਸਕੋ ਜੀ? ਸਾਹਮਣਾ ਕਰ ਸਕੋ। ਸਾਹਮਣਾ ਕਰ ਸਕੋ। ਗਾਲਾਂ ਦੇ ਨਾਲ ਨਹੀਂ, ਮੂੰਹ ਦੇ ਨਾਲ ਨਹੀਂ, ਹਥਿਆਰਾਂ ਦੇ ਨਾਲ ਨਹੀਂ। ਤੁਸੀਂ ਬੁਰੇ ਦਿਨਾਂ ਦੇ ਵਿੱਚ ਕਿਵੇਂ ਸਾਹਮਣਾ ਕਰ ਸਕੋ? ਪ੍ਰਾਰਥਨਾ ਤੇ ਬੇਨਤੀਆਂ ਦੇ ਨਾਲ, ਵਚਨ ਦੀ ਤਾਕਤ ਦੇ ਨਾਲ, ਵਚਨ ਦੀ ਸਾਮਰਥ ਦੇ ਨਾਲ। ਕਿਉਂਕਿ ਤੁਹਾਨੂੰ ਇਹ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਆ ਕਿ ਤੁਹਾਡੀ ਲੜਾਈ ਜਿਹੜੀ ਲਹੂ ਤੇ ਮਾਸ ਨਾਲ ਨਹੀਂ ਆ, ਅੰਧਕਾਰ ਦੇ ਮਹਾਰਾਜਿਆਂ ਨਾਲ। ਆਮੀਨ ਆਮੀਨ। ਇੱਕ ਲਫ਼ਜ਼ ਆਪਾਂ ਹੋਰ ਅੱਗੇ ਸਮਝ ਲਈਏ। ਅਤੇ ਸਭ ਕੁਝ ਮੁਕਾ ਕੇ ਖਲੋ ਸਕੋ। ਸਭ ਕੁਝ ਮੁਕਾ ਕੇ ਕੀ ਕਰ ਸਕੋ ਜੀ? ਖਲੋ ਸਕੋ। ਖੜੇ ਰਹਿ ਸਕੋ। यानी कि ईमान और विश्वास ਦੇ ਵਿੱਚ ਤੁਸੀਂ ਖੜੇ ਰਹਿ ਸਕੋ, ਪਵਿੱਤਰਤਾ ਦੇ ਵਿੱਚ ਤੁਸੀਂ ਖੜੇ ਰਹਿ ਸਕੋ। ਹਾਂਜੀ, ਸੋ ਤੁਸੀਂ ਆਪਣੀ ਕਮਰ ਸੱਚਾਈ ਨਾਲ ਕੱਸ ਕੇ ਅਤੇ ਧਰਮ ਦੀ ਸੰਜੋ ਪਹਿਨ ਕੇ ਸੋ ਤੁਸੀਂ ਆਪਣੀ ਕਮਰ
जब सिपाही जिहड़ा आ वो अपनी कमर नूं कसदा है, सो तुसी सच्चाई दे नाल अपनी कमर नूं कसो। जब तुहाडा दुश्मन तुहाडे उत्ते आक्रमण करे, जब तुहाडा दुश्मन तुहाडे उत्ते हमला करे, ते उस वेले तुसी सच नूं बोलण वाले होने चाहिए हैं। आमीन सच दे विच खड़े रहण वाले होने चाहिए हैं, आमीन क्योंकि तुहाडी लड़ाई जिहड़ी आ लहू ते मांस वाली नहीं आ। तुहाडी लड़ाई जिहड़ी शरीरक नहीं आ, तुहाडी लड़ाई जिहड़ी आ आत्मिक है। यस ते इसलिए तुसी अपने कमर नूं कसो, यानी कि सच्चाई दे नाल अपनी कमर नूं कस लो। किसी वेले भी कुछ भी हो सकता है, पर परमेश्वर दे पराक्रम, ओदी सामर्थ दे विच, ओदी शक्ति दे विच की रहो जी, तकड़े रहो। ते पहली गल इत्थे की है, कमर नूं की कर लो जी, कस लो। कादे नाल? सच्चाई दे नाल। हाँ जी, तुहाडा पहला हथियार आ सच्चाई। हाँ जी, सच्चाई दे नाल अपनी कमर नूं की कर लो भरावो, कस लो। ते दूजा, अते धर्म दी संजो पहन के, अते धर्म दी संजो पहन के सिर तो लैके पैरों तक धार्मिकता दी संजो पहन लो, तां जो तुहाडा शत्रु जिहड़ा है शैतान बुक दे शींगे वांगू फिरदा, मैं किहनूं पाड़ खावां, मैं किहनूं नष्ट करां, है ना, वो तुहाडे आत्मिक जीवन नूं नष्ट करन दे लई आउंदा है। चोर इसलिए नहीं आउंदा कि तुहाडा माल धन चरावे, चोर इसलिए आउंदा आ तुहानूं वड्डे ते नाश करे। वो तुहाडा माल धन भी लै जाएगा ते तुहानूं वड्डे ते नाश करे। जानी कि असीं आत्मिक जीवन दे विच खड़े रहिए। ते तुहाडा माल और धन की है? आत्मिक जीवन, पवित्रताई, शुद्धताई, ईमानदारी, है ना। वो सहजे तुहाडे नाल आके युद्ध करदा आ और तुहानूं फसला लैंदा आ, फिर उस तो बाद दे विच तुहाडी आत्मिक बरकत नूं या आत्मिक सामर्थ नूं तुहाडे तो खो लैंदा है। ते तुसीं की हो जांदे? निर्बल, खाली। जिद्दां दा संसार आ उदां ते तुसीं हो जांदे हो, है ना। ते संसार च ते तुहाडे च कोई फर्क नहीं पाया जाता। इसलिए परमेश्वर दा पवित्र वचन कह रहा है, तुसीं सच्चाई दे नाल अपनी कमर नूं कसो ते परमेश्वर दी संजो नूं की करो, यानी कि शुद्धता और पवित्रता नूं की करो जी, पहन लो। और तो अगे, अते मिलाप दी खुशखबरी दी तैयारी दी जुत्ती अपने पैरी पा के खलो जाओ। मिलाप दे खुशखबरी जानी कि परमेश्वर दा स्नेहा देण दे लई तैयार रहो। परमेश्वर दीयां गल्लां एक दूजे नाल करन लई तैयार रहो। परमेश्वर दी महिमा करन दे लई तैयार रहो। अपनी कमर को कस ते मेल मिलाप दी जुत्ती भी पा। हाँ जी, एक दूसरे दा सुख साथ पुछो ते एक दूसरे दे दर्द दे सांझी बनो, एक दूसरे दे दुख दे सांझी बनो। किदां? प्रार्थना ते अरदासां नाल, और इस वचन दे नाल उन्हां नूं तकड़े करो। कुछ गल्लां मैं अज तुहाडे नाल वंडणीआं आ, ये सारियां गल्लां तुहाडे जीवन दे विच तुहानूं आशीष दे लई, तुहानूं बरकत देण दे लई। आमीन आमीन। सो तुहाडी लड़ाई लहू ते मांस नाल नहीं आ, अंधकार दे महाराजा नाल है। ओदी पराक्रम, ओदी सामर्थ, ओदी शक्ति दे विच की बन जाओ जी, तकड़े बन जाओ। सो आपां एक वचन यिर्मयाह दी पुस्तक चों थोड़ा देख लवांगे। हाँ जी, इत्थे लिखिआ है, आप एक वचन पढ़िआ आ, तुसीं अपनी कमर नूं की कर लो जी, कस लो। संजो नूं पहन लो, यानी कि शुद्धता पवित्रता नूं पहन लो। किते तुहाडा वैरी जिहड़ा आ तुहाडी पवित्रता नूं तुहाडे तो खो ना लवे, तुहाडी शुद्धता नूं तुहाडे तो लै ना लवे। हाँ जी,
हाँ जी, 1:17। यिर्मयाह की पुस्तक 1 अध्याय ਉਹਦਾ 17वां वचन, तू अपना लक बन के खलो जा। देखो यिर्मयाह की पुस्तक दे विच कितना जबरदस्त वचन लिखा होया। तू अपना लक बन के खलो जा। आमीन आमीन। हालेलुया हालेलुया। योदा अपना लक बन के हाथ च तलवार लैके टोप पा के तैयार हो जाता युद्ध लई, ते तुसी आत्मिक युद्ध लई तैयार होने चाहिए। क्रंथियां दे खत दे विच लिखिआ आ, तुसी दुष्ट दे किलिਆਂ ਨੂੰ ਢਾ देण वाले होने चाहिए, है ना। तुसी दुष्ट दे किलिਆਂ ਨੂੰ की करने वाले होने चाहिए जी, ਢਾ देण वाले होने चाहिए। इस गल ਨੂੰ ਚੰਗੀ ਤਰ੍ਹਾਂ ਸਮਝ ਲਓ, ਤੁਹਾਡੀ ਲੜਾਈ ਲਹੂ ਤੇ ਮਾਸ ਨਾਲ नहीं है, ਤੁਹਾਡੀ ਲੜਾਈ ਅੰਧਕਾਰ ਦੇ ਮਹਾਰਾਜਿਆਂ ਨਾਲ ਹੈ, ਜੋ ਸਵਰਗ ਦਾ ਰਾਹ ਡੱਕਦੇ ਆ। ਹਾਂਜੀ, ਜੋ ਤੁਹਾਡੀ ਭਗਤੀ ਦੇ ਵਿੱਚ ਜਾਂ ਤੁਹਾਡੀ ਸੇਵਾ ਦੇ ਵਿੱਚ ਰੁਕਾਵਟ ਦੇ ਪਹਾੜ ਬਣ ਸਕਦੇ ਆ। ਤੇ ਕੁਰੰਥੀਆਂ ਦੇ ਖੱਤ ਦੇ ਵਿੱਚ ਲਿਖਿਆ ਹੋਇਆ ਆ, ਭਾਵੇਂ ਅਸੀਂ ਸਰੀਰ ਦੇ ਵਿੱਚ ਕਮਜ਼ੋਰ ਆ पर आत्मा दे विच तकड़े आ। आमीन हालेलुया। संत पौलुस ने उत्थे दस्सिया आ, भावें असीं शरीर दे विच कमजोर आ पर आत्मा दे विच असीं तकड़े आ। आमीन आमीन। भाइयों, शरीर दे विच कमजोर हो जाओ, कोई फर्क नहीं पैंदा, क्योंकि तुसीं तलवार नाल युद्ध लड़न नहीं आए, डंडियां या डांगां नाल युद्ध लड़न नहीं आए। तुहाडे मुक्तिदाता यीशु मसीह ने विजय किदां प्राप्त की है? सच्चाई की संजो नूं उन पहन लिया, सच्चाई दे नाल कमर नूं कस लिया और उसने हर बुरी गल दे उत्ते विजय प्राप्त की है। ते संत पौलुस जिहड़ा आ वो क्रंथियों दी कलीसिया नूं अलर्ट करदा है, उन्हां नूं चेतावनी दिंदा है, कहंदा भावें असीं शरीर दे विच कमजोर आ पर साडे आत्मिक हथियार तकड़े आ। असीं किलिਆਂ ਨੂੰ की करन वाले आ? ਢਾ देण वाले। किहड़े किले? और राजे महाराजे दे किलिਆਂ ਦੀ नहीं गल कर रहा, ਉਹ ਜਿਹੜੇ शैतान ने किले बनाए आ, शैतान दीआं फौजां दे उत्ते तुसीं आक्रमण करो प्रार्थना दे नाल, शैतान दे सारे गढ़ां नूं ढा दिओ पवित्र आत्मा दी तलवार दे नाल, वचन दी तलवार दे नाल, शब्द दी तलवार दे नाल। बाणी च लिखिआ है, परमेश्वर दा वचन दो धारी तलवार नालों भी तिखा है। आमीन आमीन। जानी कि खुदा दी बाणी जिहड़ी आ, परमेश्वर दी बाणी जिहड़ी आ, वो दो धारी तलवार नालों भी तिखी आ, और जिस वेले वो चलदी आ, हाँ जी, ते वो साडे जोड़ जोड़ नूं बंद बंद नूं गुद्ध दिंदी आ। हाँ जी, ते कई बार वचन कहे हुए जिहड़े साडे शरीर तो आर पार ही निकल जाते हैं, साडे दिल नूं भी चीर दिंदे आ, है ना। ते इसलिए संत पौलुस कुरंथियुस नूं कहंदा आ, कहंदा साडे युद्ध दे हथियार, हाँ जी, असीं चाहिए ते लड़ सकते हैं, पर नहीं, कहंदा साडे युद्ध दे हथियार शरीरक नहीं आ, साडे युद्ध दे हथियार आत्मिक है। आमीन हालेलुया। सो मेरे भैणों ते भरावो, तुहाडे युद्ध दे हथियार जिहड़े आ आत्मिक होने चाहिए। आमीन आमीन। ते संत पौलुस कहंदा असीं ते शरीर च भावें कमजोर आ पर असीं किलिਆਂ ਨੂੰ ਕੀ ਕਰਨ ਵਾਲੇ ਆ जी, ढा देण वाले। आमीन। आमीन। सो तुहाडी एक प्रार्थना दे नाल, तुहाडी एक अरदास दे नाल, तुहाडी एक फास्टिंग दे नाल, हाँ जी, आसमान भी हिल जाएगा, जमीन भी हिलूगी, आमीन। ते हजारां ही दूत जिहड़े आ स्वर्ग तो उतरनगे। आमीन आमीन। नजर नहीं आते सन,
दूत ਜਿਹੜੇ ਆ ਸਾਨੂੰ ਨਜ਼ਰ ਨਹੀਂ ਆਉਂਦੇ, ਪਰਮੇਸ਼ਵਰ ਸਾਨੂੰ ਨਜ਼ਰ ਨਹੀਂ ਆਉਂਦਾ, ਹੈ ਨਾ। ਤੁਸੀਂ ਕੋਈ ਸੂਰਮਾ, ਕੋਈ ਯੋਧਾ ਲਿਆਓ ਜਿਹੜਾ ਕਹਿ ਰਿਹਾ ਕਿ ਮੈਂ ਤਲਵਾਰ ਨਾਲ ਇੰਨੇ ਲੋਕਾਂ ਦਾ ਕਤਲ ਕਰ ਸਕਦਾ ਹੈ। ਹਾਂਜੀ, ਯਾਦ ਕਰੋ ਮਿਸਰ ਦੀ ਗੱਲ ਨੂੰ। ਪਰਮੇਸ਼ਵਰ ਨੇ ਉਹਨਾਂ ਨੂੰ ਆਖਿਆ ਅੱਜ ਮੇਰੀ ਫੌਜ ਉਤਰੂਗੀ, ਅੱਜ ਮੇਰੀ ਫੌਜ ਲੜੂਗੀ, ਤੁਸੀਂ ਬਸ ਦੇਖਣਾ ਹੈ ਨਾ। ਨਿਰਗਮਨ ਕੂਚ ਦੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਆ। ਹਾਂਜੀ, ਔਰ 10 ਕਰਾਮਾਤਾਂ ਪਰਮੇਸ਼ਵਰ ਨੇ ਉੱਥੇ ਵੱਡੀਆਂ ਕੀਤੀਆਂ। ਉਹ ਕਹਿੰਦਾ ਤੁਸੀਂ ਦੇਖਿਓ, ਹੈ ਨਾ, ਤੁਸੀਂ ਸਿਰਫ ਪਰਮੇਸ਼ਵਰ ਦੀ ਵਡਿਆਈ ਕਰਨੀ ਆ, ਫੌਜ ਮੇਰੀ ਉਤਰੂਗੀ ਲੜਨ। ਆਮੀਨ ਆਮੀਨ आमीन। ਤੇ ਤੁਹਾਡੇ ਯੁੱਧ ਦੇ ਹਥਿਆਰ ਆਤਮਿਕ ਹੋਣੇ ਚਾਹੀਦੇ, ਸਰੀਰਕ ਨਹੀਂ ਹੋਣੇ ਚਾਹੀਦੇ। ਇਸ ਗੱਲ ਨੂੰ ਕੋਡ ਕਰ ਲਓ, ਪੱਲੇ ਬੰਨ ਲਓ, ਹੈ ਨਾ। ਸਵਰਗ ਤੋਂ ਦੂਤ ਉਤਰਨਗੇ ਤੁਹਾਡੇ ਲਈ। ਹੁਣ ਮੈਂ ਸਿਪਾਹੀ ਦੱਸਦਾ ਤੁਹਾਨੂੰ ਕਿਹੜੇ ਉਤਰੇ। ਜਦ ਅਸੀਂ ਨਿਰਗਮਨ ਦੀ ਪੁਸਤਕ ਪੜ੍ਹਦੇ ਹਾਂ ਤੇ ਇਸਰਾਇਲ ਦੇ ਮੂਹਰੇ ਬਹੁਤ ਵੱਡੀ ਇੱਕ ਪਾਲ ਲੱਗੀ ਸੀ ਫੌਜਾਂ ਦੀ, ਤੇ ਇਸਰਾਇਲ ਜਿਹੜਾ ਕਹਿ ਰਿਹਾ ਮੈਂ ਹੁਣ ਵੀ ਮਰ ਗਿਆ, ਮੈਂ ਹੁਣ ਵੀ ਮਰ ਗਿਆ, ਮੈਂ ਹੁਣ ਵੀ ਮਰ ਗਿਆ। ਤੇ ਇਸਰਾਇਲ ਦੇ ਯੋਧੇ ਜਿਹੜੇ ਸੀਗੇ ਉਹਨਾਂ ਦੇ ਸਾਹ ਸੁੱਕਦੇ ਪਏ ਸੀਗੇ। ਪਰ ਮੂਸਾ ਨੇ ਉਹਨਾਂ ਯੋਧਿਆਂ ਨੂੰ ਕਿਹਾ ਜਾਓ, ਅੱਜ ਪਰਮੇਸ਼ਵਰ ਤੁਹਾਡੇ ਲਈ ਆਪਣੀ ਫੌਜ ਭੇਜ ਰਿਹਾ ਹੈ। ਆਮੀਨ ਆਮੀਨ। ਉਹ ਕਹਿੰਦੇ ਨਜ਼ਰ ਨਹੀਂ ਆਉਂਦੀ, ਹੈ ਨਾ। ਜੇ ਤਾਂ ਤੁਸੀਂ ਖੁਦਾ ਦੀ ਆਖੇ ਦੇ ਅਨੁਸਾਰ ਕੰਮ ਕਰੋਗੇ ਨਾ, ਹਾਂਜੀ, ਫਿਰ ਉਹਦੀਆਂ ਫੌਜਾਂ ਨਜ਼ਰ ਨਹੀਂ ਆਉਂਦੀਆਂ। ਜਦ ਕੰਮ ਕਰਦੀਆਂ ਫਿਰ ਪਤਾ ਲੱਗੇਗਾ। ਤੇ ਜਾਣਦੇ ਹੋ ਖੁਦਾ ਨੇ ਉੱਥੇ ਕੀ ਕੰਮ ਕੀਤਾ? ਉਹਨੇ ਡੇਮੋਆਂ ਨੂੰ ਹੁਕਮ ਦਿੱਤਾ, ਕਹਿੰਦਾ ਜਾ, ਮੇਰਾ ਇਸਰਾਇਲ, ਮੇਰੇ ਲੋਕ ਉੱਥੇ ਖੜੇ ਆ, ਤੇ ਜਿਹੜਾ ਮਿਸਰ ਆ ਉਹਨਾਂ ਦੇ ਵਿਰੁੱਧ ਲੜ। ਹਾਂਜੀ, ਤੇ ਜਦ ਉਹ ਆਪਣੀਆਂ ਢਾਲਾਂ ਤਲਵਾਰਾਂ ਚੱਕ ਕੇ ਉਹਨਾਂ ਦੇ ਉੱਤੇ ਆਕਰਮਣ ਕਰਨ ਲੱਗੇ ਤੇ ਡੇਮੋ ਜਿਹੜੇ ਉਤਰ ਆਏ, ਔਰ ਇੱਕ ਇੱਕ ਡੇਮੋ ਨੇ ਪਤਾ ਨਹੀਂ ਕਿੰਨੇ ਕਿੰਨੇ ਡੰਗ ਉਹਨਾਂ ਦੇ ਮਾਰ ਦਿੱਤੇ, ਔਰ ਉਹ ਆਪਣੀਆਂ ਢਾਲਾਂ ਔਰ ਤਲਵਾਰਾਂ ਸਿੱਟ ਕੇ ਉੱਥੋਂ ਚਲੇ ਗਏ। ਤੇ ਇਸਰਾਇਲ ਨੇ ਖੁਦਾ ਦੇ ਅੱਗੇ ਆਪਣੇ ਹੱਥ ਉਠਾਏ। ਖੁਦਾ ਉਸ ਚੀਜ਼ ਦਾ ਨਾਮ ਆ, ਪਰਮੇਸ਼ਵਰ ਉਸ ਚੀਜ਼ ਦਾ ਨਾਮ ਆ ਜਿਹੜਾ ਤੁਹਾਨੂੰ ਖਾਲੀ ਹੱਥੀਂ ਜਿੱਤ ਦਿਵਾ ਦੇ। आमीन हालेलुया। ਤੁਸੀਂ ਉਸ ਖੁਦਾ ਦੀ ਇਬਾਦਤ ਕਰਦੇ ਹੋ? ਜਾਣ ਰੱਖੋ ਇਸ ਗੱਲ ਨੂੰ, ਹੈ ਨਾ। ਮੈਂ ਤਾਂ ਕੇਵਲ ਤੁਹਾਨੂੰ ਇੱਕੋ ਹੀ ਗੱਲ ਦੱਸੀ ਆ, ਹਾਲੇ 9 ਬਾਕੀ ਆ। ਹਾਂਜੀ, ਪਰ ਮੇਰੇ ਆਤਮਾ ਦੇ ਵਿੱਚ ਖੁਦਾ ਨੇ ਦੱਸਿਆ ਉਸ ਗੱਲ ਨੂੰ, ਮੈਂ ਤੁਹਾਡੇ ਨਾਲ ਇਸ ਗੱਲ ਨੂੰ ਸ਼ੇਅਰ ਕੀਤਾ ਆ। ਤੇ ਸੰਤ ਪੌਲਸ ਕਹਿੰਦਾ ਮੇਰੇ ਹਥਿਆਰ ਜਿਹੜੇ ਆ ਉਹ ਕਹਿੰਦਾ ਸਰੀਰਕ ਨਹੀਂ ਆ, ਆਤਮਿਕ ਆ। ਆਮੀਨ आमीन। ਤੁਹਾਡਾ ਪਰਮੇਸ਼ਵਰ ਕਿਤੇ ਸੁੱਤਾ ਹੋਇਆ ਨਹੀਂਗਾ, ਹੈ ਨਾ। ਯਾਦ ਰੱਖਿਓ ਇਸ ਗੱਲ ਨੂੰ, ਹੈ ਨਾ। ਈਜ਼ਬਲ ਨੂੰ ਉਹਨੇ ਕਹਿ ਦਿੱਤਾ, ਆਹਾਬ ਨੂੰ ਉਹਨੇ ਕਹਿ ਦਿੱਤਾ, ਜਿੱਥੇ ਮੇਰੇ ਭਗਤਾਂ ਦਾ ਲਹੂ ਵਗਿਆ ਨਾ, ਹੈ ਨਾ, ਉੱਥੇ ਹੀ ਤੇਰਾ ਲਹੂ ਵਗੂਗਾ, ਕੁੱਤੇ ਚੱਟਣਗੇ ਤੇਰੇ ਜਿਸਮ ਨੂੰ, ਹੈ ਨਾ। और ना तो कफनाया जाएगा ना तो दफनाया जाएगा। तुसी उस खुदा की इबादत करने वाले। सो अपना लक बनो प्रार्थना दे नाल, अपना लक बनो परमेश्वर की महिमा करने दे लई। सच्चाई दे नाल अपनी कमर नूं कसो, सच्चाई दे नाल उहदी इबादत करनी शुरू करो। और जब तुसी सच्चाई नाल उहदी इबादत करोगे, परमेश्वर ਤੁਹਾਡੀ ਇਬਾਦਤ ਨੂੰ ਸੁਣੇਗਾ। आमीन। ਪਰਮੇਸ਼ਵਰ ਤੁਹਾਡੀਆਂ ਪ੍ਰਾਰਥਨਾ ਨੂੰ ਸੁਣੇਗਾ। आमीन। ਹਾਂਜੀ, ਤੁਹਾਡੇ ਖਾਲੀ ਹੱਥਾਂ ਦੇ ਵਿੱਚ ਜਿੱਤ ਦਊਗਾ। ਆਮੀਨ। ਆਮੀਨ। ਪਰਮੇਸ਼ਵਰ ਦੇ ਕੋਲ ਬੜੇ ਤਰ੍ਹਾਂ ਦੀਆਂ ਫੌਜਾਂ ਹਨ। ਉਹਦੀਆਂ ਫੌਜਾਂ ਦੇ ਬਾਰੇ ਖੁਦਾ ਨੇ ਚਾਹਿਆ ਤੇ ਮੈਂ ਤੁਹਾਨੂੰ ਵਾਕਫੀਤ ਕਰਾਉਂਗਾ ਉਹਦੀਆਂ ਫੌਜਾਂ ਦੇ ਬਾਰੇ। ਬਸ ਡੇਮੋ ਨੂੰ ਇੱਕੋ ਹੀ ਹੁਕਮ ਦਿੱਤਾ, ਕਹਿੰਦਾ ਜਾਓ ਲੜੋ, ਕਹਿੰਦਾ ਇਸਰਾਇਲ ਦੇ ਲਈ। ਸਾਰੇ ਲੋਕ ਮੈਦਾਨ ਦੇ ਵਿੱਚੋਂ ਭੱਜ ਗਏ।
ਉਹ ਡੇਮੂ ਭੇਜੇਗਾ ਤੁਹਾਡੇ ਲਈ, ਉਹ ਲੜਨਗੇ, ਫਰਿਸ਼ਤੇ ਆਉਣਗੇ, ਤੁਹਾਨੂੰ ਜਿੱਤ ਦਿਵਾਉਣਗੇ। ਇਹਨਾਂ ਵਚਨਾਂ ਦੇ ਨਾਲ ਮੈਂ ਤੁਹਾਨੂੰ ਦਲੇਰ ਔਰ ਤਕੜਾ ਕਰ ਰਿਹਾ ਹਾਂ। ਸੁਣੋ ਜਰਾ ਕੀ ਕਹਿ ਰਿਹਾ ਹੈ, ਪੜੋ ਜਰਾ ਪੜੋ। ਉਹ ਸਭ ਜੋ ਸੁਣੋ। ਤੁਹਾਨੂੰ ਤੂੰ ਆਪਣਾ ਲੱਕ ਬੰਨ ਕੇ ਖਲੋ ਜਾ। ਇੱਥੇ ਇੱਕ ਲਫ਼ਜ਼ ਆਉਂਦਾ ਆ, ਤੂੰ ਆਪਣਾ ਲੱਕ ਬੰਨ ਕੇ ਕੀ ਕਰ, ਖਲੋ ਜਾ। ਭਾਈ ਤੁਸੀਂ ਆਪਣਾ ਲੱਕ ਬੰਨ ਕੇ ਖਲੋ ਜਾਓ, ਹੈ ਨਾ। ਜੇ ਤੁਹਾਡੇ ਉੱਤੇ ਕੋਈ ਆਕਰਮਣ ਕਰਦਾ ਉਹਨੂੰ ਕਹਿ ਮਾਰ, ਹੈ ਨਾ। ਲੇਕਿਨ ਜਿੱਦਣ ਉਹ ਥੱਪੜ ਮਾਰੂਗਾ ਕੋਈ ਨਹੀਂ ਚੱਲ ਸਕਦਾ ਉਹਦੇ ਤੱਕ। ਉਹ ਕਹਿੰਦਾ ਆਪਣਾ ਲੱਕ ਬੰਨ ਕੇ ਖਲੋ ਜਾ, ਹੈ ਨਾ। ਸੱਚਾਈ ਦੇ ਲਈ ਖਲੋ ਜਾ, ਹੈ ਨਾ। ਤੇਰੇ ਯੁੱਧ ਦੇ ਹਥਿਆਰ ਜਿਹੜੇ ਆ ਸਰੀਰਕ ਨਹੀਂ ਆ, ਆਤਮਿਕ ਆ, ਹੈ ਨਾ। ਤੇ ਇੱਕ ਆਤਮਿਕ ਨਮੂਨਾ ਤੁਸੀਂ ਦੇਖ ਲਿਆ ਨਾ ਕਿ ਇਸਰਾਈਲ ਦੇ ਲਈ ਡੇਮੂ ਆ ਗਏ, ਹੈ ਨਾ। ਤੇ ਲੱਕ ਬੰਨ ਲਓ, ਖਲੋ ਜਾਓ, ਤਕੜੇ ਹੋ ਜਾਓ। ਅਗਲਾ ਲਫ਼ਜ਼ ਸੁਣੋ। ਉਹ ਸਭ ਜੋ ਮੈਂ ਤੁਹਾਨੂੰ ਹੁਕਮ ਦਿਆਂ, ਉਹ ਸਭ ਜੋ ਮੈਂ ਤੈਨੂੰ ਹੁਕਮ ਦਿਆਂ, ਤੂੰ ਉਹਨਾਂ ਨੂੰ ਆਖ, ਤੂੰ ਉਹਨਾਂ ਨੂੰ ਆਖ, ਉਹਨਾਂ ਦੇ ਅੱਗੋਂ ਨਾ ਘੱਬ, ਉਹਨਾਂ ਦੇ ਅੱਗੇ ਨਾ ਕਰ। ਬਸ ਤੂੰ ਕੀ ਕਰ ਜੇ, ਉਹਨਾਂ ਦੇ ਅੱਗੇ ਨਾ। ਪਰਮੇਸ਼ਰ ਦਾ ਕੰਮ ਪਰਮੇਸ਼ਰ ਨੂੰ ਕਰਨ ਦਿਓ, ਤੁਹਾਡਾ ਕੰਮ ਤੁਸੀਂ ਕਰੋ, ਹੈ ਨਾ। ਇਹਦੇ ਨਾਲ ਨਾਲ ਇੱਕ ਵਚਨ ਮੈਂ ਤੁਹਾਡੇ ਨਾਲ ਹੋਰ ਵੰਡਣਾ ਚਾਹ ਰਿਹਾ ਆ। ਜਰਾ ਯਿਰਮੀਆ ਦੀ ਪੁਸਤਕ ਪੜ੍ਹ ਲਓ, 8ਵਾਂ ਵਚਨ ਥੋੜਾ ਪੜ੍ਹ ਲਓ ਤਾਂ। ਉਹਨਾਂ ਦੇ ਅੱਗਿਓਂ ਨਾ ਡਰੀ, ਉਹਨਾਂ ਦੇ ਅੱਗਿਓਂ ਨਾ ਡਰਿਓ। ਜਿਵੇਂ ਇਸਰਾਈਲ ਡਰਿਆ ਸੀ, ਕਿੰਨਾ ਡਰਿਓ ਨਾ, ਕਿੰਨਾ ਉਹਨੂੰ ਦੇਖੋ। ਨਮਰ ਹੋਣਾ ਅਲੱਗ ਗੱਲ ਆ, ਹਾਂਜੀ। ਡਰ ਜਾਣਾ ਇੱਕ ਅਲੱਗ ਗੱਲ ਆ। ਨਮਰ, ਜਦ ਤੁਸੀਂ ਨਮਰ ਹੁੰਦੇ ਨਾ, ਉਦੋਂ ਲੋਕ ਜਾਂ ਸੰਸਾਰ ਉਹ ਸੋਚਦਾ ਕਿ ਡਰ ਗਏ, ਡਰੇ ਨਹੀਂ ਆ। ਨਮਰ ਹੋਣ ਚ ਤੇ ਡਰਨ ਚ ਬਹੁਤ ਫਰਕ ਹੈ ਨਾ। ਭਰਾਵੋ ਭੈਣੋ ਬੱਚਿਓ, ਦਲੇਰ ਤੇ ਤਕੜੇ ਹੋਵੋ, ਹੈ ਨਾ। ਨਮਰ ਹੋਵੋ ਉਸ ਖੁਦਾ ਦੇ ਅੱਗੇ, ਕਿਉਂਕਿ ਤੁਹਾਨੂੰ ਖੁਦਾ ਨੇ ਭੇਜਿਆ ਆ, ਤੁਹਾਨੂੰ ਖੁਦਾ ਨੇ, ਹਾਂਜੀ, ਉਹ ਸਾਮਰਥ ਔਰ ਸ਼ਕਤੀ ਦਿੱਤੀ ਆ। ਤੁਸੀਂ ਉਹਦੇ ਪਰਾਕਰਮ ਚ, ਉਹਦੀ ਸਾਮਰਥ ਦੇ ਵਿੱਚ, ਉਹਦੀ ਸ਼ਕਤੀ ਦੇ ਵਿੱਚ ਤਕੜੇ ਹੋ ਜਾਓ। ਤੇ ਤੁਹਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ ਆ, ਆਤਮਿਕ ਆ। ਤੁਹਾਡੀ ਲੜਾਈ ਜਿਹੜੀ ਹੈ ਸਰੀਰਕ ਨਹੀਂ ਆ, ਆਤਮਿਕ ਆ, ਹੈ ਨਾ। ਸੋ ਆਤਮਿਕ ਲੜਾਈ ਦੇ ਲਈ ਆਪਣੀ ਕਮਰ ਨੂੰ ਕੱਸੋ, ਖੜੇ ਹੋ ਜਾਓ ਆਪਣੇ ਸਥਾਨ ਤੇ, ਘਬਰਾਓ ਨਾ। ਹਾਂਜੀ। ਮੈਂ ਤੈਨੂੰ ਛਡਾਉਣ ਲਈ ਤੇਰੇ ਅੰਗ ਸੰਗ ਜੋ ਹਾਂ, ਆਮੀਨ, ਯਹੋਵਾ ਦਾ ਵਾਕ ਹੈ। ਆਮੀਨ। ਆਮੀਨ। ਮੈਂ ਤੇਰੇ ਛਡਾਉਣ ਦੇ ਲਈ ਕੀ ਆ, ਤੇਰੇ ਅੰਗ ਸੰਗ ਨਾਲ ਆ। ਆਮੀਨ। ਤੇਰੇ ਸੱਜੇ ਵੀ ਆ ਤੇ ਤੇਰੇ ਖੱਬੇ। ਸ਼ਾਇਦ ਤੈਨੂੰ ਖੁਦਾ ਨੇ ਕਿਸੇ ਕੰਮ ਲਈ ਚੁਣਿਆ ਹੈ ਨਾ। ਭੁੱਲੋ ਨਾ ਇਸ ਗੱਲ ਨੂੰ, ਹੈ ਨਾ। ਤੁਹਾਨੂੰ ਖੁਦਾ ਨੇ ਕਿਸੇ ਕੰਮ ਲਈ ਚੁਣਿਆ ਹੋਇਆ ਹੈ ਨਾ। ਜਿਹੜੇ ਭਗਤੀ ਕਰਨ ਵਾਲੇ ਬੜੇ ਸ਼ਕਤੀਸ਼ਾਲੀ ਅੰਦਰੋਂ ਸਟਰੋਂਗ ਹੁੰਦੇ ਆ, ਹੈ ਨਾ। ਪੌਲੁਸ ਨੇ ਕਹਿ ਦਿੱਤਾ ਨਾ, ਭਾਵੇਂ ਮੈਂ ਬਾਹਰੋਂ ਕਹਿੰਦਾ ਕਮਜ਼ੋਰ ਜਿਹਾ ਨਜ਼ਰ ਆਉਣਾ ਹੈ, ਪਰ ਕੋਈ ਮੈਨੂੰ ਕਵੇ ਭਾਵੇਂ ਕਿ ਇੱਕ ਥੱਪੜ ਮਾਰਾ 4 ਕਲਾਬਾਜ਼ੀਆਂ, ਉਹ 4 ਕਲਾਬਾਜ਼ੀਆਂ ਖਿਲਾ ਸਕਦਾ ਹੈ, ਕੋਈ ਸ਼ੱਕ ਨਹੀਂ, ਹਾਂਜੀ। ਪਰ ਤੁਸੀਂ ਕੀ ਆ, ਅੰਦਰੋਂ ਸਟਰੋਂਗ ਹੋਣੇ ਚਾਹੀਦੇ ਆ। ਆਮੀਨ, ਆਮੀਨ। ਪੌਲੁਸ ਕਹਿੰਦਾ ਮੈਂ ਕਿਲਿਆਂ ਨੂੰ ਢਾਉਣ ਵਾਲਾ ਹਾਂ, ਹੈ ਨਾ। ਮੈਂ ਤਾਂ ਸ਼ੈਤਾਨ ਦੇ ਗੜ੍ਹਾਂ ਨੂੰ ਢਾਉਣ ਵਾਸਤੇ ਆਇਆ ਹਾਂ, ਹੈ ਨਾ, ਨਾ ਕਿ ਸੰਸਾਰਿਕ ਯੁੱਧ ਕਰਨ ਵਾਸਤੇ ਆਇਆ। ਸੋ ਮੇਰੀ ਲੜਾਈ ਲਹੂ ਤੇ ਮਾਸ ਦੀ ਨਹੀਂ ਆ, ਅੰਧਕਾਰ ਦੇ ਮਹਾਰਾਜ ਜੋ ਸਵਰਗ ਦਾ ਰਾਹ ਡੱਕ ਕੇ ਖੜਿਆ, ਹੈ ਨਾ। ਇੱਕ ਵਚਨ ਥੋੜਾ ਇਹਦੇ ਨਾਲ ਆਪਾਂ ਹੋਰ ਦੇਖ ਲਈਏ, ਉਹ ਸਾਡੇ ਲਈ ਬਹੁਤ ਆਸ਼ੀਸ਼ਤਾ ਕਰ ਰਿਹਾ। ਪੜ੍ਹੀਏ ਯਸ਼ਾਇਆ ਦੀ ਪੁਸਤਕ 51ਵਾਂ ਅਧਿਆਇ ਔਰ ਉਹਦਾ 12ਵਾਂ ਵਚਨ। ਔਰ ਜਦ ਮੈਂ ਇਸ ਵਚਨ ਨੂੰ ਸਵੇਰੇ ਪੜ੍ਹ ਰਿਹਾ ਸੀਗਾ ਇਹਨਾਂ ਨੂੰ, ਤੇ ਮੈਨੂੰ ਬੜਾ ਆਨੰਦ ਮਿਲ ਰਿਹਾ ਸੀਗਾ।
और जब मैं ये 12वां वचन पढ़ रहा ਸੀਗਾ ਤੇ ਮੈਨੂੰ खुदा ने बड़ी तसल्ली ਦਿੱਤੀ है ना। ਤੇ मैं चाह रहा कि इस वचन ਦੇ ਨਾਲ ਤੁਹਾਨੂੰ भी तसल्ली मिले, ਤੁਹਾਨੂੰ भी शक्ति मिले, ਤੁਹਾਨੂੰ भी सामर्थ मिले। मैं ही ਉਹ ਹਾਂ ਜੋ ਤੁਹਾਨੂੰ ਦਿਲਾਸਾ ਦਿੰਦਾ ਹਾਂ। रुको इतने कहता मैं ही वो हाँ। इतने लफ्ज़ देखो कि कह रहा है मैं ही वो हाँ जो तुहानू पढ़ोगे जी ਦਿਲਾਸਾ ਦਿੰਦਾ ਹਾਂ जो तुहानू दिलासा देता मैं यानी है ना। मैं लफ्ज़ जिहड़ा परमेश्वर ने आप दे लिए यूज किया है। मैं यार तुहानू कहंदा भेजिया है ना। तुसी रण क्षेत्र दे विच हो, ये जगत तुहाडे रहण दा स्थान नहीं आ। इस जगत नू एक दिन मैं ते तुसी छड्ड ही देना है। ते जिहड़ा इंसान कहंदा ना मैं इदां ते मैं उदां, हाँ जी, उन्हें भी छड्ड देना है। साढ़े रहने के लिए कोई इस तरह स्थान नहीं है ना। परमेश्वर इतने कह रहा मैं ही वो हाँ जो तुहानू दिलासा दिंदा, जो मैं तुहानू की दिंदा है जी दिलासा, हाँ जी, तुहानू हौसला देना है। और तो अगला लफ्ज़ तेरा तू कौन है जो मरणहार मनुख तो डरे। तू कौन है जो मरणहार मनुख तो डरे। डरो उस तो जो सानू मार सकता है, हाँ जी, वो तो डरन की नहीं लोड़। डरो उस तो जो जीवन भी दे सकता है ते मृत्यु भी दे सकता है, जो स्वर्ग और नरक का भी हिसाब करने वाला है। डरना असी उहदे तो है ना। परमेश्वर के पराक्रम, उहदी सामर्थ, उहदी शक्ति दे विच की बन जाओ, तकड़े हो जाओ। तू कौन है जो मरणहार मनुख तो डरे अते आदम वंश तो, हाँ जी, वो की है आदम वंश की है जानते हो की है। पढ़ो जरा उस अगले लफ्ज़ नूं। ਅਤੇ ਤੂੰ ਆਦਮ ਵੰਸ਼ ਤੋਂ ਜਿਹੜਾ ਘਾਹ ਵਾਂਗ ਹੋ ਜਾਵੇਗਾ। ਘਾਹ ਵਾਂਗੂ ਆ ਆਦਮ ਵੰਸ਼ ਜਿਹੜਾ ਆ ਜਿਸ ਸੰਸਾਰ ਦੇ ਵਿੱਚ ਆ ਤੁਸੀਂ ਘਾਹ ਦੇ ਮਾਨੰਦ ਆ। ਹਾਂਜੀ, ਘਾਹ ਕਿੱਦਾਂ ਵੱਧਦਾ, ਜੰਗਲੀ ਬੂਟੀ ਕਿੱਦਾਂ ਵੱਧਦੀ ਆ, ਸੰਸਾਰ ਕਿੱਦਾਂ ਵੱਧ ਰਿਹਾ ਹੈ। ਹਾਂਜੀ, ਜੇ ਸਾਇੰਸ ਤੋਂ ਅਸੀਂ ਪੁੱਛੀਏ ਜਾਂ ਅਸੀਂ ਕਿਸੇ ਤੋਂ ਆંકੜਾ ਪੁੱਛੀਏ ਡਾਕਟਰ ਤੋਂ, ਉਹ ਕਹਿੰਦਾ 1 ਮਿੰਟ ਦੇ ਬਾਅਦ ਇੱਕ ਬੱਚਾ ਪੈਦਾ ਹੁੰਦਾ ਹੈ। और कह रहे जिस वशक दे तू सामने खड़ा आ वो केवल एक घाह दे समान आ। ते जे असी 40 जशाया पढ़िए, सो देख ही लो जशाया 40 और उदा 7 और 8 वचन उत्थे की आखदा है। हाँ जी, देखो जरा। घाह सुक जांदा अते फुल कुमला जांदा है। किद्दां फुल टहकदे रहिंदे आ। कहंदा घाह जिहड़ा सुक जाता है ते फुल की हो जाते जी, कमला जाते। इत्थे दा अर्थ तां कुछ होर ही आ कि जिहड़े कहंदे कहाउंदे लोग जिहड़े आ ना, हाँ जी, वो भी सकने हो जाते। कहंदा जिहड़े कहंदे कहाउंदे वो भी कुब्बे हो जाएंगे। वो बाणी दे मोहरे कोई नहीं टिक सकता, शब्द के मोहरे कोई नहीं टिक सकता। केवल शब्द ही परमेश्वर है। शब्द ही सच्चा ते सुच्चा ते पवित्र है। शब्द के नाल अपने लक नूं बन टकड़ा कर लो जे तू सिमरन करने वाला है तो, हाँ जी। तो जे तू इधर ला उधर लाया, संसार नूं भी खुश करना है तो परमेश्वर नूं भी, दोनों नूं असीं खुश नहीं कर सकते, इक्को नूं खुश करना पऊगा। हाँ जी, मैं सीधी रीति नाल इक्को गल कहना, इधरलियां उधरलियां गल्लां छड्ड दिओ। हाँ जी, मतां नूं
ਛੱਡ ਦਿਓ, ਚੁਗਲੀਆਂ ਨਿੰਦਿਆਂ ਨੂੰ ਛੱਡ ਦਿਓ, ਬੁਰਾਈਆਂ ਨੂੰ ਛੱਡ ਦਿਓ। ਤੁਸੀਂ ਸੋਚਦੇ ਆ ਉਹ ਇਨਸਾਨ ਆ ਨਹੀਂ ਦੇਖ ਸਕਦਾ, ਲੇਕਿਨ ਖੁਦਾ ਦੇਖ ਸਕਦਾ ਹੈ। और की कहना है, फुल कहता कमला जाते हैं, ते घाह की हुंदा जी, सुक जाता। इंसान जिहड़ा आ कुछ भी नहीं आ, पता भी है इंसान नूं मैं कुछ भी नहीं आ, फिर भी एवें ही मल्ला मारदा रहिंदा है, एवें। हाँ जी, क्योंकि ਉਹਦੇ ਅੰਦਰ ਉਸ ਦੁਸ਼ਟ ਦਾ ਬੀ ਰਹਿੰਦਾ ਹੈ, ਉਹਦੇ ਅੰਦਰ ਉਸ ਦੁਸ਼ਟ ਦਾ ਸੁਭਾਅ ਰਹਿੰਦਾ ਹੈ। ਪਰ ਮੈਂ ਤੁਹਾਨੂੰ ਇਸੇ ਗੱਲ ਨੂੰ ਅਲਰਟ ਕਰ ਰਿਹਾ ਹਾਂ ਕਿ ਉਸ ਦੁਸ਼ਟ ਨੂੰ ਜਗ੍ਹਾ ਨਾ ਦਿਓ, ਉਸ ਦੁਸ਼ਟ ਨੂੰ ਆਪਣੇ ਵਿੱਚੋਂ ਬਾਹਰ ਕੱਢ ਦਿਓ। ਜਦ ਤੁਸੀਂ ਉਸ ਦੁਸ਼ਟ ਨੂੰ ਆਪਣੇ ਵਿੱਚੋਂ ਬਾਹਰ ਕੱਢ ਦਿਓਗੇ ਤੇ ਫਿਰ ਤੁਹਾਡੇ ਅੰਦਰ ਇੱਕ ਪਵਿੱਤਰਤਾ, ਇੱਕ ਸ਼ੁੱਧਤਾ उत्पन्न होगी। दाऊद का वचन मैंने बड़ा आनंद करता हो, हे परमेश्वर तुम मेरे अंदर एक खरा मन उत्पन्न कर। वो जिहड़ा दाऊद नबी सी, जिहड़ा उन्होंने संत भी कह सकते हैं, नबी भी कह सकते हैं, राजा भी कह सकते हैं, है ना। और वो कह रहा है मेरे अंदर एक खरा मन, है ना, खरा मन। अज सानू खरे मन की लोड़ है, पर वो खरा मन असी नहीं लभ रहे। खरा मन सिर्फ परमेश्वर तो मिल सकता है, खरा दिल परमेश्वर तो मिल सकता है, किसी डॉक्टर तो नहीं मिलना, हकीम तो नहीं किसी तो मिलना, बाजार दे विच नहीं विकदा खरा मन। खरापन कित्थों मिलना? जिन ने तुहानू ते मैनू बनाया, जिन मेरे ते तुहाडे अंदर श्वास फूकिया, जिन मैनू ते तुहानू जिउंदी जान बनाया, उन्होंने कहना है मेरे अंदर की कर दे भाई, खरा मन उत्पन्न कर दे। आमीन आमीन। पर असीं तां प्रार्थना नहीं करते इस गल लई, बेनती नहीं करते इस गल लई, अरदास ही नहीं करते इस गल लई कि प्रभु जी मेरे अंदर एक खरा मन दे दे। बस असीं तां दुनिया की दौड़ दे विच लगे हुए हैं, सारा कुछ कहने सानू मिल जाए, सारा कब्जा साडा होवे। हाँ जी, पर है की आ, वशर एक घाह दे समान आ। जेठ आड़ियां तो पाउंदियां ना, सुक के मरुंडा हो जाता है। फुल किन्ने खूबसूरत होंदे आ बगीचे दे विच, पर थोड़े दिनों बाद झड़ जाते हैं। उन्हों दा सरपण, उन्हों दी खूबसूरती जाती रहिंदी है ना। क्यों जाती रहिंदी है? जब बच्चा इंसान हुंदा आ, फिर जवान हुंदा आ, फिर वृद्ध हुंदा है, उहदा सहापण सारा चली जाता है। दाऊद ने बड़े क्लीयर रीति दे नाल इस गल नूं भी लिखिया, और कहंदा मैं ते धुआं, जिस तरह धुआं अलोप हो जाता है, कहंदा मेरा जीवन इवें टल गया। देखदे देखदे कई लोगों ने पुछियो ना कि वह दसदे आ मैं अपनी जीवनी के बारे की दसा, कहना मैनू पता नहीं मेरा बचपन कद गुजर गया, फिर किसी होर कहना मैनू पता नहीं मेरी जवानी कद गुजर गई, मेरे उत्ते बुढ़ापा कद आ गया है। इंसान का जीवन जिहड़ा है इदां ही गुजर जाता है ना, पता ही नहीं चलता कद बचपन बीत गया, कद जवानी बीत गई, कद बुढ़ापा आ गया। जरा आईना के सामने अपने आप को लिजा के देखो शीशे के मोहरे, हाँ जी तुसी होई हो 20 साल वाले, हाँ जी शरीर भी बदल गया, झुड़ियां पै गई, सारा सुहापन जाता रहा। एक बगीचे दे विच फुल पता नहीं कितने प्रकार के,
ਉਹਨਾਂ ਦੀ ਖੂਬਸੂਰਤੀ ਨੂੰ ਅਗਰ ਦੇਖੀਏ, ਤਾਰੀਫ ਕਰੀਏ, ਹਾਂਜੀ, ਤੇ ਤੁਸੀਂ ਸਾਰੀ ਉਮਰ ਵੀ ਉਹਦੀ ਵਿਆਖਿਆ ਕਰਦੇ ਰਹੋ, ਜਾਂ ਸਾਰੀ ਉਮਰ ਵੀ ਤੁਸੀਂ ਉਹਦੀ ਤਾਰੀਫ ਕਰਨ ਦੇ ਵਿੱਚ ਲਾ ਦਿਓ, ਜਾਂ ਵਡਿਆਈ ਕਰਨ ਚ ਲਾ ਦਿਓ, ਤੇ ਬਹੁਤ ਥੋੜੀ ਜਿਹੀ ਆ, ਹੈ ਨਾ। ਅੱਜ ਤੋਂ ਮੈਂ 30-35 ਸਾਲ ਕੁੱਲੂ ਗਿਆ, ਔਰ ਉੱਥੇ ਦੇ ਕੁਝ ਫਲਾਵਰਸ ਦੇਖੇ ਸੀਗੇ ਜੋ ਸੀਜ਼ਨਲੀ ਫਲਾਵਰ ਆ, ਜੋ ਉੱਥੇ ਦੇ ਮੌਸਮ ਦੇ ਮੁਤਾਬਕ ਹੁੰਦੇ ਆ। ਔਰ ਇਸ ਤਰ੍ਹਾਂ ਦੇ ਫਲਾਵਰ ਸੀ ਜਿੱਦਾਂ ਮੱਖਣ ਹੁੰਦੀ ਹੈ। ਔਰ ਮੈਂ ਵਿਚਾਰ ਕਰ ਰਿਹਾ ਸੀ ਇਹਦੇ ਚ ਰੰਗ ਕਿੰਨ ਭਰਿਆ, ਹਾਂਜੀ, ਕਿਹੜਾ ਚਿੱਤਰਕਾਰ ਆ, ਕੌਣ ਆ ਉਹ ਚਿੱਤਰਕਾਰ ਜਿਹੜਾ ਉਹਨਾਂ ਚ ਰੰਗ ਭਰਦਾ ਹੈ। ਕੋਈ ਤਾਂ ਹੈ। ਤੇ ਇਸੇ ਲਈ ਯਸ਼ਾਇਆ ਦੀ ਪੁਸਤਕ ਦੇ ਵਿੱਚ ਬਿਆਨ ਕੀਤਾ ਹੋਇਆ ਆ, ਤੂੰ ਫੁੱਲਾਂ ਦੇ ਵਾਂਗ ਕਮਲਾ ਜਾਏਗਾ, ਫੁੱਲਾਂ ਦੇ ਵਾਂਗ ਹੈ ਤੇਰੀ ਸ਼ਾਨ, ਮਿਟ ਜਾਏਗੀ ਘਾਹ ਦੀ ਤਰ੍ਹਾਂ। ਜਿੱਦਾਂ ਘਾਹ ਮਿਟ ਜਾਂਦਾ ਨਾ, ਪੱਧਰਾ ਰੜਾ ਮੈਦਾਨ ਹੋ ਜਾਂਦਾ ਹੈ ਨਾ, ਫੁੱਲਾਂ ਦੇ ਵਾਂਗ ਤੇਰੀ ਹੈ ਤੇਰੀ ਸ਼ਾਨ, ਮਿਟ ਜਾਏਗੀ ਘਾਹ ਦੀ ਤਰ੍ਹਾਂ। ਹਾਂਜੀ, ਕਿੱਥੇ ਹੈ ਤੇਰਾ ਸੌਂਪਣ, ਕਿੱਥੇ ਹੈ ਤੇਰੀ ਤਾਕਤ, ਕਿੱਥੇ ਹੈ ਤੇਰੀ ਜਵਾਨੀ। ਔਰ ਜੇ ਅਸੀਂ ਉਪਦੇਸ਼ਕ ਦੀ ਪੁਸਤਕ ਦੇ ਵਿੱਚ ਪੜ੍ਹਦੇ ਹਾਂ, ਤੇ ਉੱਥੇ ਉਪਦੇਸ਼ਕ ਆਪਣੇ ਗਿਆਨ ਦੇ ਨਾਲ ਦੱਸਦਾ ਹੈ, ਕਹਿੰਦਾ ਟਿੱਡੀ ਵੀ ਭਾਰੀ ਲੱਗਦੀ ਹੈ, ਯਾਨੀ ਕਿ ਸਭ ਕੁਝ ਖਤਮ ਹੋ ਗਿਆ। ਘਾਹ ਸੁੱਕ ਜਾਂਦਾ ਤੇ ਫੁੱਲ ਕਮਲਾ ਜਾਂਦੇ। ਅਗਲਾ ਲਫ਼ਜ਼ ਜਰਾ ਦੇਖੋ, ਉੱਥੇ ਕਿੰਨਾ ਬਹਿਮੁਲ ਆਇਆ। जद यहोवा दा साह उस उत्ते फूकिया जाता है, ਜਦ ਸਾਹ ਮਤਲਬ ਕਿ ਉਹਦੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਹੀ ਨਿਕਲਦਾ, ਬਸ ਇਹਨੂੰ ਲਿਆ, ਹੋ ਗਿਆ ਕੰਮ ਇਹਦਾ ਪੂਰਾ। ਬਹੁਤ ਦਿਨ ਇਹਨੂੰ ਰਹਿ ਲਿਆ ਧਰਤੀ ਤੇ, ਹੈ ਨਾ, ਬੜੀਆਂ ਮੌਜਾਂ ਇਹਨੇ ਮਾਣ ਲਈਆਂ, ਜੋ ਕਰਨਾ ਸੀ ਇਹਨੇ ਕਰ ਲਿਆ, ਕਹਿੰਦਾ ਲੈ ਆ ਇਹਨੂੰ, ਹੁਣ ਕਹਿੰਦਾ, ਹੈ ਨਾ, ਜਿਹੜੇ ਕੰਮ ਉਹਨੂੰ ਦਿੱਤੇ ਹੋਏ ਸੀਗੇ, ਹਾਂਜੀ, ਉਹ ਕਰ ਲਿਆ, ਕਹਿੰਦਾ ਬਹੁਤ, ਕਹਿੰਦਾ ਕਰ ਲਿਆ, ਕਹਿੰਦਾ ਲੈ ਆ ਉਹਨੂੰ ਹੁਣ। ਫਿਰ ਉੱਥੇ ਲਾ ਲਓ ਵਾਹ, ਲਾ ਲਓ ਜ਼ੋਰ, ਲਾ ਲਓ ਤਾਕਤ ਆਪਣੀ, ਹਾਂਜੀ। ਤੇ ਕਈ ਵਾਰ ਮੈਂ ਬੀਬੀਆਂ ਨੂੰ, ਭੈਣਾਂ ਨੂੰ ਬੜਾ ਝਿੜਾ ਕਰਦੇ ਦੇਖਿਆ ਆ। ਉਹ ਮਰੇ ਹੋਏ ਬੰਦੇ ਦੀ ਛਾਤੀ ਦੇ ਉੱਤੇ ਲੇਟ ਜਾਣਾ ਤੇ ਕਹਿਣਾ, ਇੱਕ ਵਾਰ ਤਾਂ ਮੇਰੇ ਨਾਲ ਗੱਲ ਕਰ, ਇੱਕ ਵਾਰ ਤਾਂ ਮੇਰੀ ਆਵਾਜ਼ ਨੂੰ ਸੁਣ ਲੈ, ਇੱਕ ਹੰਗਾਰਾ ਤਾਂ ਭਰ ਦੇ। ਕਿੱਥੋਂ ਭਰੇ ਹੰਗਾਰਾ ਚ? ਜਿਹੜਾ ਸਵਾਸ ਆ ਨਿਕਲ ਚੁੱਕਾ ਹੈ, ਕੰਠ ਜਿਹੜਾ ਆ ਖਾਲੀ ਹੋ ਚੁੱਕਾ ਹੈ। ਹੁਣ ਤਾਂ ਪਿੰਜਰਾ ਆ, ਖੋਲ ਆ, ਹਾਂਜੀ, ਚਾਹੇ ਉਹਨੂੰ ਦਫਨ ਕਰ ਤੇ ਚਾਹੇ ਉਹਨੂੰ ਢੱਕ ਦੇ, ਹੈ ਨਾ, ਜੋ ਕਰਨਾ ਉਹਦੇ ਨਾਲ ਕਰ। ਪਰ ਜਿਹੜਾ ਅੰਦਰਲਾ ਮਨੁੱਖ ਆ ਉਹ ਨਿਕਲ ਚੁੱਕਾ ਹੈ। ਫੁੱਲਾਂ ਦੇ ਵਾਂਗਰ ਹੈ ਤੇਰੀ ਸ਼ਾਨ, ਤੇ ਮਿਟ ਜਾਏਗੀ ਘਾਹ ਦੀ ਤਰ੍ਹਾਂ। ਉਹ ਕਹਿੰਦਾ ਜਿੱਦਾਂ ਘਾਹ ਅਲੋਪ ਹੋ ਜਾਂਦਾ ਆ, ਔਰ ਫੁੱਲਾਂ ਦਾ ਜੀਵਨ ਜਿਹੜਾ ਆ, ਕਿਸੇ ਦਾ 3 ਦਿਨ, ਕਿਸੇ ਦਾ 5 ਦਿਨ, ਕਿਸੇ ਦਾ 7 ਦਿਨ। ਤੇ ਸਾਡੀ ਉਮਰ ਵੀ ਇਸੇ ਤਰ੍ਹਾਂ, ਕਿਸੇ ਦੀ 70 ਵਰੇ, ਕਿਸੇ ਦੀ 80 ਵਰੇ, ਕਿਸੇ ਦੀ 100 ਵਰੇ, ਹਾਂਜੀ। ਤੇ ਬਹੁਤ ਸਾਰੇ ਲੋਕ ਤਾਂ ਜਿਹੜੇ ਪੈਦਾ ਹੁੰਦੇ ਹੀ ਮਾਰੇ ਜਾਂਦੇ, ਤੇ ਉਹਦੀ ਫੁੱਲਾਂ ਦੇ ਨਾਲ ਤੁਲਨਾ ਕੀਤੀ ਹੋਈ ਹੈ। ਫੁੱਲਾਂ ਦੇ ਵਾਂਗਰ ਹੈ ਤੇਰੀ ਸ਼ਾਨ। जरा पढ़ लो एक बारी जरा। सचमुच लोग घाह ही हैं, सचमुच लोग, हाँ जी। जिहड़ा ग्रीक दा लफ्ज़ आ, वो लफ्ज़ है वशर, और वशर उर्दू च भी कहते हैं, है ना, लेकिन वशर का मतलब होता है इंसान, दुनिया। पढ़ो जरा, पढ़ो। घाह सुक जाता अते फुल कुमला जाता है,
पर साडे परमेश्वर दा वचन सदा तक कायम रहेगा। आमीन। सदा तक, सदा तो है, सदा तिकर रहेगा। सदा तो है, सदा तिकर रहेगा। कौन? शब्द। सदा तो है, मुड तो शब्द सी और अंत तक रहेगा। आमीन। जे भाई तुसी सच्चाई दे नाल अपनी कमर नूं कस परमेश्वर दे लड़ लगे हुआ है ना, असं कहने मैं हुण परमेश्वर दे लड़ लगा होया, जे लड़ लगे हुए तो वह गठ भी बांध लो। किहदे लड़ लगे हो तुसी? परमेश्वर दे लड़ लगे हुए या दुनियादारी दे लड़ लगे हैं? हाँ जी, जे दुनियादारी दे लड़ लगे हो ते दुनियादारी दा धन दौलत और दुनियादारी दी ईर्खा विरोध इकट्ठा करोगे। हाँ जी, पता है साह कद निकलना? ये बारे नहीं पता। ये बारे तो कुछ भी नहीं पता। भाव हुणे निकल जाए, सिमरन करते हैं। सिमरन कीते दा कोई लाभ नहीं है। सिमरन कीते दा उन्होंने लाभ आ जिन्हों ने अपना जीवन बदल लिया है, अपना सुभाव बदल लिया है, अपने काम बदल लिया। सुभाव नहीं बदलिया, तमा नहीं गई साडे विचों। जिदा कई बार विखाउण नूं असीं चिट्टे वस्त्र पा लैंदे आ, बाहरों तो चिट्टे आ पर अंदरों की काले। हाँ जी, भला जिथे बंगले चुभियां मारते आ, तलावां दे विच नहाउंदे आ, गल बड़ी समझण वाली आ। जे उत्थे काले कां चले जान तो चुभियां मारन, वो चिट्टे थोड़ी हो जाने। हाँ जी, चुभियां मारन ना चिट्टे नहीं होना, वो काले ही रहने। भावें तुसी तौबा कर लो, भावें तुसी बपतिस्मा ले लो, भावें तुसी अपने आप को कुछ भी दसी चलो। हाँ जी, पर जे तुहाडे अंदर बदलाहट नहीं गई, खरा मन नहीं आ, फिर प्रभु दे कोल किद्दां जाना? शब्द तुहाडे अंदर रचिया ही नहीं, है ही नहीं। जिदन शब्द तुहाडे अंदर रच गया ना, ते तुहाडा देखना पाखना सब बदल जाना। तुहाडा देखना भी बदल जाना, तुहाडा उठना बैठना भी बदल जाना है। हुण अज मैं इस तो अगे नहीं जाना, क्योंकि एक लफ्ज तुहानूं सिर्फ दसना आ, कहंदा अखां च पाउण लई सुरमा मेरे कोलों लै, भाई तू सजाखा हो जावे। पहलों अन्ना है, बाणी दे विच इस तरह आ गई गल कि भाई तू अखां च पाउण लई सुरमा मेरे तो लै, तू सजा। इहदा मतलब फिर असीं अन्ने हैं? हाँ, अन्ने ही हैं, क्योंकि सानू मोटा दिखाई दिंदा है, साडी समझ भी मोटी हो गई है ना। इहदे बारे किते फिर बयान करांगे, है ना। अखां दे विच पाउण लई सुरमा मेरे तो लै। ते एक लफ्ज़ होर भी आ, चिट्टे वस्त्र भी मेरे तो लै। बजाजी की दुकान तो नहीं, बजाजी की दुकान तो बथेरे कीमती मिलते हैं। हाँ जी, वो तो शुद्धता के वस्त्रों की गल करते, पवित्रता के वस्त्रों की गल कर रहा है ना। वो मैं पवाऊंगा कहता तेन, है ना। एक कफन भी हुंदा है
जिस वे इंसान मर जाता है तो भावें वो किसी भी धर्म या किसी जाति नाल संबंध रखे, वो चिट्टा कफन जरूर उड़ाया जाता, उस कफन दे विच लपेटिया जाता, वो भी चिट्टा है। पर उन्होंने वस्त्रां की गल नहीं वो कर रहा, वस्त्र तो कोई होर ही है। हाँ जी, कहंदा सिर तो लैके पैरों तक मैं तेन ढक दूंगा, है ना। वो वस्त्र मेरे दुल्हे है, फुल्लां दे वांगर है मेरी, कहंदा तेरी शान ते मिट जाएगी घाह दी तरह, है ना। इंसान मिटन हारिया। और एक लफ्ज मैं तुहानूं दसदा, वो सिर्फ रब बारे इस्तेमाल हुंदा आ। कई लोग अपना नाम सुरजीत रखी फिरदे आ। हाँ जी, सुरजीत का मतलब हुंदा आ सदा रहन वाला। सुरजीत सिर्फ परमेश्वर के लिए वरत्या गया गुरमुखी च। सुरजीत का सही अर्थ यो ही है जी। सुरजीत का मतलब हुंदा सदा जिउंदा रहन वाला। ते गुरमुखी दे विच दस्या होया सुरजीत सर्वदा सदा रहन वाला, आद तो अंत तक रहन वाला परमेश्वर। आमीन आमीन, हालेलुया। हालेलुया। भाई जान लो, हर एक गल का टाइम है, हर एक गल का समय। जिदन तुहाडे चों कंध निकल गया, जिदन तुहाडे विचों श्वास निकल गया, उस दिन ना तो किसी ने तुहानूं तौबा कराउणी है, ना तुहानूं किसी ने बपतिस्मा देना है। अज नेड़े आओ दे, सुनो उहदे शब्द नूं। इस समा तुहाडा गुजारिया होया व्यर्थ नहीं है। मैं तो अपनी लाइफ के विच तजर्बा कर रहा हां, जिद्दां मैं खुदा दे नेड़े गया हां, जिद्दां जिद्दां मैं उहदी हजूरी दे विच बैठा हां, है ना, ते मैनूं समय का पता नहीं लगता, समा कित्थे निकलदा जांदा है। मैनूं तो होर आनंद आउणा शुरू हो जाता, ते कई लोगों नूं वासियां आउणियां शुरू हो जांदियां, आलस आउणी शुरू हो जाती है। क्यों हुंदी है? क्योंकि वो हाले परमेश्वर नूं समर्पण नहीं कीता। आलस का आत्मा, लचारी का आत्मा उन्होंने उत्ते आउंदा है। वो फिर ज्यादा समय बैठ नहीं सकते, ज्यादा समय सिमरन नहीं कर सकते, है ना। कहते साडे तो बहने तो है पर सुनता नहीं है। हाँ जी, ते दुनियादारी दे विच भावां वो 6-6 घंटे ला देन, हाँ जी, उन्होंने समय नहीं पता लगता। फिर असीं बाजा भी मारना शुरू कर दें, वो आ जाओ सुनो, है ना। कोई गल्लां अपने विचों कढणियां पैणियां। जब तुसीं सिमरन करन लग पवोगे ना, सिमरन वाले शब्द नूं जरा चक के बैठो, है ना, ਉਹਦੇ पढ़ो। जब तुसीं ਉਹਨੂੰ पढ़ोगे तो परमेश्वर तो सोझी मांग लो। हाँ जी, 1 या 2 हफ्ते या 1 या 2-4 दिन या 2-4 हफ्ते वक्त तो वक्त तो तंगी हो सकती है, लेकिन ਉਹਦੇ तो बाद की होना। हाँ जी, तुसीं कहना मैं शब्द नूं छड्डना ही नहीं। समुद्र दे विच तुरे जाओ तो होर गहरा है, फिर बाहर आना ही नहीं। उचों बाणी एक वो समुद्र है जिहदे विच तुसीं उतरदे ही जाना है। हाँ जी, उतरदे ही जाना है, उतरदे ही जाना है। फिर रंग तुहाडे उत्ते चढ़ी जाना है, शब्द का रंग तुहाडे उत्ते चढ़ जाना, फिर सिमरन का रंग तुहाडे उत्ते चढ़ जाना है, किसी को दस्सण दी नहीं लोड़। हाँ जी, तुसीं सिर तो लेके पैरों तक ढके जाना। हो गया पूरा वचन जी? हाँ जी, एक वचन आप थोड़ा होर वेख लईए, और मेरी इच्छा है कि मैं तुहाडे नाल कुछ गल्लां नूं वंड लवां। हिजकियल की किताब पढ़ो जरा। देखिए, जिहड़ा हिजकियल आ वो खुदा दा एक नबी है। नबी का मतलब हुंदा आउण वालियां गल्लां नूं दसणा। नबी का मतलब हुंदा है आउण वालियां गल्लां नूं दसणा। हाँ जी, और उन्होंने नियुमिया भी कहा गया। नियुमिया का मतलब भी होता आने वाली गल नूं दसना।
ਤੇ ਜਿਹੜਾ ਹਿਜ਼ਕੀਏਲ ਆ ਉਹ ਆਉਣ ਵਾਲੀਆਂ ਗੱਲਾਂ ਨੂੰ ਦੱਸਣ ਵਾਲਾ ਸ਼ਖਸ ਆ। ਤੇ ਉਸ ਸਮੇਂ ਲੋਕਾਂ ਨੇ ਇਹ ਕੋਈ ਬੰਦਾ ਆ, ਇਹ ਕੀ ਆ, ਕੁਛ ਵੀ ਨਹੀਂ ਆ। ਇਹ ਸੱਚ ਹੈ। ਲੋਕ ਤੁਹਾਨੂੰ ਤੁੱਛ ਕਰਕੇ ਸਮਝਣਗੇ, ਕੂੜਾ ਔਰ ਕਰਕਟ ਸਮਝਣਗੇ, है ना, पर तुसी बहुमूल्य हो, है ना, तुसी बहुमूल्य हो क्योंकि तुहानू किसी बंदे ने नहीं चुनिया, तुहानू प्रभु ने चुन लिया है, तुहानू उस परमेश्वर ने चुनिया है। जे तुहानू उस परमेश्वर ने चुनिया आ, उहदे लड़ लगे हो ते फिर तुसी उहदे रंग दे विच रंग जाओ। हाँ जी, उहदा रंग चढ़न दिओ, बाणी दा रंग चढ़न दिओ। हाँ जी, सिमरन दा रंग चढ़न दिओ। हाँ जी जरा पढ़ो। मैं तेरे मत्थे नूं हीरे वांगर चकमक तो भी वधीक करड़ा कर दिता है। ओह हालेलुया। मैं तेरे मत्थे नूं, तेरे मस्तक नूं, ਉਹ ਦੱਸ ਰਿਹਾ ਮੈਂ ਤੇਰੇ ਜਿਹੜਾ ਮਸਤਕ ਹੈ ਨਾ ਉਹਨੂੰ ਡਾਇਮੰਡ, ਜਿਸ ਤਰ੍ਹਾਂ ਕਹਿੰਦਾ ਸ਼ਾਈਨ ਵਾਲਾ ਪਹਿਲੀ ਗੱਲ ਤੇ, ਔਰ ਜਿਸ ਤਰ੍ਹਾਂ ਉਹ ਸਖਤ ਵਾ ਕਹਿੰਦਾ ਮੈਂ ਇਸ ਤਰ੍ਹਾਂ ਤੇਰੇ ਮਸਤਕ ਨੂੰ ਕਰੂੰਗਾ, ਕਰ ਦਿੱਤਾ ਆ। ਆਮੀਨ। ਕਰ ਦਊਂਗਾ ਨਹੀਂ, ਕਰ ਦਿੱਤਾ ਆ। ਕਿਹਨੂੰ ਕਿਹਾ ਇਹ? ਜਿਨ੍ਹਾਂ ਨੂੰ परमेश्वर ने इस जगत दे विचों चुन लिया ते जेड़े उहदे रंग दे विच रंग गए, जिन्हां उस शब्द दा रंग चढ़ गया, सिमरन दा रंग चढ़ गया। हसिकिया नियुमिया जेड़ा आ आउण वाली गल नूं दस रहा आ और उन्हां दे बारे दस रहा आ, और की कह रहा आ मैं तेरे मत्थे नूं हीरे वर्गा चकमक तो भी वधिक स्ट्रॉन्ग कर दूं, मजबूत कर दूंगा कहता। उस तो अगला उन्हां तो ना डर, उन्हां तो ना डर। किन्हां तो? उन्हां तो ना डर। अगला लफ्ज भी सुनो। अते उन्हां दे चेहरिਆਂ ਤੋਂ ਭੈਭੀਤ ना हो। ओ उन्हां दे चेहरिਆਂ तो कहंदा ना डरी। उन्होंने चेहरिया तो भाई ना डरी, और जब तेरे वाल लाल लाल अखा कढ़न ना डरी, क्योंकि तेरे मस्तक दे विच, हाँ जी, उन्हें हीरे नालों भी वध के स्ट्रॉन्ग किया तेरा मस्तक, क्योंकि सिमरन दा प्रकाश तां तेरे विच आ, सिमरन दा जलाल जिहड़ा आ तेरे विच आ, तेरा मस्तक चमक रहा है। जे तुहाडा मस्तक चमक रहा ना ते तुहानूं उन्हां दे चेहरे, क्योंकि इस तो पहलों मैं तुहानूं दस छड्डिया आ कि तुहाडी लड़ाई जिहड़ी लहू ते मांस नाल नहीं, अंधकार दे महाराजा नाल है। आनंद करो, खुशी करो। पढ़ो जरा। भावें वो आपकी घराना है, भावें वो आपकी घराना है। फिर वो ने मैनू आख्या, बस 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 पूरी हो गया है तो ठीक है। उन्हां दे चेहरिਆਂ तो भै ना खावे, उन्हां तो ना डरे। बस कहता तुसीं परमेश्वर की सामर्थ लै लो, परमेश्वर की ताकत लै लो, कहता तुसीं, है ना। पढ़ लो जरा हिस्कियल की किताब 2 अध्याय ਉਹਦਾ 6वां वचन। अते तू हे आदमी दे पुत्र, तू उन्हां कोलों भै ना खाई, उन्हां तो भै ना खावे। तेन डरन की लोड़ नहीं, तेन भै खाण की लोड़ नहीं है, क्योंकि तेरे मैं मस्तक नूं हीरे वांगू चमकाया आ
ਤੇ ਉਹਨੂੰ ਸਟਰੋਂਗ ਵੀ ਉਹਨਾਂ ਹੀ ਕੀਤਾ ਆ। ਤੇ ਇੱਥੇ 6ਵੇਂ ਵਚਨ ਦੇ ਵਿੱਚ ਕੀ ਕਹਿ ਰਿਹਾ ਆ, ਅਤੇ ਹੇ ਆਤਮਾ ਲੋਕਾਂ ਤੋਂ ਭੈ ਨਾ ਖਾਈ। ਹਾਂਜੀ ਅੱਗੇ, ਅਤੇ ਉਹਨਾਂ ਦੀਆਂ ਗੱਲਾਂ ਤੋਂ ਨਾ ਡਰ। ਉਹਨਾਂ ਦੀਆਂ ਗੱਲਾਂ ਤੋਂ ਨਾ ਡਰ, ਕਿਉਂਕਿ ਉਹਨਾਂ ਦੀਆਂ ਗੱਲਾਂ ਸਰੀਰਕ ਹੈ, ਤੇਰੀਆਂ ਗੱਲਾਂ ਆਤਮਕ ਆ। ਆਤਮਾ ਦੀਆਂ ਗੱਲਾਂ ਤੇ ਭਾਈ ਆਤਮਾ ਸਮਝਦਾ ਨਾ, ਸਰੀਰ ਦੀਆਂ ਗੱਲਾਂ ਤੇ ਸਰੀਰਕ ਸਮਝਦੇ ਹੈ ਨਾ। ਤੇ ਮੈਂ ਤਾਂ ਤੈਨੂੰ ਪਹਿਲੋਂ ਬਿਆਨ ਕੀਤਾ ਇਸ ਗੱਲ ਨੂੰ ਕਿ ਤੁਹਾਡੀ ਲੜਾਈ ਜਿਹੜੀ ਲਹੂ ਤੇ ਮਾਸ ਨਾਲ ਨਹੀਂ, ਅੰਧਕਾਰ ਦੇ ਮਹਾਰਾਜਿਆਂ ਨਾਲ ਹੈ ਨਾ। ਜਿਹੜਾ ਟਾਈਮ ਕੱਢਣਾ ਪਊਗਾ ਸ਼ਬਦ ਨੂੰ ਸੁਣਨ ਦੇ ਲਈ, ਟਾਈਮ ਕੱਢਣਾ ਪਊਗਾ ਸ਼ਬਦ ਪੜ੍ਹਨ ਦੇ ਲਈ, ਟਾਈਮ ਕੱਢਣਾ ਪਊਗਾ ਸਾਨੂੰ ਸਿਮਰਨ ਕਰਨ ਦੇ ਲਈ। ਔਰ ਜਦ ਤੱਕ ਅਸੀਂ ਆਪਣਾ ਟਾਈਮ ਐਕਸਪੈਂਡ ਨਹੀਂ ਕਰਦੇ ਉਦੋਂ ਤੱਕ ਕੁਝ ਲੈ ਵੀ ਨਹੀਂ ਸਕਦੇ। ਦੁਨੀਆਦਾਰੀ ਲਈ ਜ਼ਿਆਦਾ ਟਾਈਮ ਨਾ ਕੱਢੋ ਹੈ ਨਾ। ਖਾਣ ਲਈ, ਪਹਿਨਣ ਲਈ ਹਾਂਜੀ ਟਾਈਮ ਹੀ ਟਾਈਮ ਹੈ ਨਾ। ਜੀਣ ਲਈ ਖਾਣਾ ਆ, ਖਾਣ ਲਈ ਨਹੀਂ ਜੀਣਾ। ਜੀਣ ਲਈ ਖਾਓ, ਖਾਣ ਲਈ ਨਾ ਜੀਵੋ। ਸਿਮਰਨ ਲਈ ਜੀਵੋ, ਜਿੰਨੀ ਲੋੜ ਆ ਹਾਂਜੀ ਉਸ ਤੋਂ ਵੀ ਇੱਕ ਰੋਟੀ ਘੱਟ ਖਾ ਲਓਗੇ ਕੋਈ ਫਰਕ ਨਹੀਂ ਪੈਂਦਾ ਹੈ ਨਾ। ਇੱਕ ਰੋਟੀ ਘੱਟ ਖਾਣ ਨਾਲ ਨਹੀਂ ਮਰ ਚਲੇ ਹਾਂਜੀ, ਪਰ 2 ਲਫ਼ਜ਼ ਸਿਮਰਨ ਦੇ ਵੱਧ ਕਰ ਲਓ। 2 ਲਫ਼ਜ਼ ਪਰਮੇਸ਼ਵਰ ਦੇ ਚਰਨਾਂ 'ਚ ਬੈਠ ਕੇ ਉਹਨੂੰ ਧਿਆ ਲਓ। ਇਹ ਸਭ ਤੋਂ ਸ੍ਰੇਸ਼ਟ ਔਰ ਵਧੀਆ ਗੱਲ ਆ ਹਾਂਜੀ। ਉਹ ਕਹਿ ਰਿਹਾ ਕਿ ਜਿਹੜੇ ਮੇਰੀ ਪਾਲਣਾ ਕਰਨ ਵਾਲੇ ਆ, ਮੈਂ ਉਹਨਾਂ ਦੇ ਮਸਤਕ ਨੂੰ ਕਿੱਦਾਂ ਦਾ ਬਣਾਵਾਂਗਾ। ਤੇ ਅੱਗੇ ਥੋੜਾ ਜਿਹਾ ਦੇਖ ਲਓ। ਭਾਵੇਂ ਤੇਰੇ ਨਾਲ ਝਾੜੀਆਂ ਦੇ ਕੰਢੇ ਹਨ, ਭਾਵੇਂ ਤੇਰੇ ਨਾਲ ਝਾੜੀਆਂ ਦੇ ਕੰਢੇ ਹਨ ਹਾਂਜੀ। ਜਾਣੀ ਕਿ ਤੁਹਾਡੇ ਨਾਲ ਭਾਵੇਂ ਝਾੜੀਆਂ ਦੇ ਕੰਢੇ ਆ ਹਾਂਜੀ। ਤੁਸੀਂ ਸੱਜੇ ਜਾਓਗੇ ਖੱਬੇ ਜਾਓਗੇ, ਉਹ ਚੁੱਭਣੇ ਆ ਹਾਂਜੀ। ਹੋ ਸਕਦਾ ਤੁਹਾਨੂੰ ਕੰਢਿਆਂ ਦੇ ਰਾਹ ਤੇ ਤੁਰਨਾ ਪਵੇ, ਹੋ ਸਕਦਾ ਤੁਹਾਨੂੰ ਕੰਢਿਆਂ ਦੇ ਉੱਤੇ ਘੜੀਸਿਆ ਜਾਵੇ ਹਾਂਜੀ। ਇਹ ਵੀ ਹੋ ਸਕਦਾ ਹੈ ਹਾਂਜੀ ਕਿ ਤੁਸੀਂ ਹੱਦੋਂ ਵੱਧ ਸਤਾਏ ਜਾਵੋ, ਇਹ ਵੀ ਹੋ ਸਕਦਾ ਹੈ। ਕਿਉਂਕਿ ਜਿਸ ਸੰਸਾਰ ਦੇ ਵਿੱਚ ਰਹਿੰਦੇ ਹੋ ਤੁਸੀਂ, ਉਸ ਸੰਸਾਰ ਦੇ ਵਿੱਚ ਪਿਆਰ ਨਾਂ ਦੀ ਚੀਜ਼ ਜਿਹੜੀ ਬਹੁਤ ਦੂਰ ਆ ਹੈ ਨਾ। ਪਿਆਰ ਦੀਆਂ ਕਹਾਣੀਆਂ ਆ ਹਾਂਜੀ। ਈਸ਼ਵਰ ਤੋਂ ਸਿਵਾ ਕੋਈ ਪਿਆਰ ਨਹੀਂ ਕਰ ਸਕਦਾ ਤੁਹਾਨੂੰ। ਦੁਨੀਆਦਾਰੀ ਦੇ ਸਾਰੇ ਪ੍ਰੇਮ ਝੂਠੇ ਆ ਹਾਂਜੀ। ਅੱਜ ਇਨਸਾਨ ਨੂੰ ਇਨਸਾਨ ਪਿਆਰ ਨਹੀਂ ਕਰਦਾ, ਦੌਲਤ ਨੂੰ ਪਿਆਰ ਕਰਦਾ ਹੈ, ਚੀਜ਼ਾਂ ਨੂੰ ਪਿਆਰ ਕਰਦਾ ਹੈ। ਪਰਮੇਸ਼ਵਰ ਨੂੰ ਅਸੀਂ ਪਿਆਰ ਨਹੀਂ ਕਰਦੇ, ਪਰ ਪਰਮੇਸ਼ਵਰ ਸਾਨੂੰ ਪਿਆਰ ਕਰਦਾ ਹੈ ਹਾਂਜੀ। ਪਿਆਰ ਕਰਦਾ ਹੀ ਨਹੀਂ ਆ, ਰੱਖਦਾ ਆ ਹਾਂਜੀ। ਪਿਆਰ ਦੇ ਤਾਂ ਬੜੇ ਮਾਇਨੇ ਆ ਹਾਂਜੀ। ਰੱਖਣ 'ਚ ਵੀ ਫਰਕ ਆ ਤੇ ਕਰਨ 'ਚ ਵੀ ਫਰਕ ਆ। ਕਰ ਤਾਂ ਤੁਸੀਂ ਕਿਸੇ ਨਾਲ ਵੀ ਸਕਦੇ ਹਾਂਜੀ, ਪਰ ਰੱਖਣਾ ਬਹੁਤ ਔਖਾ ਹੈ। ਪਰਮੇਸ਼ਵਰ ਦੇ ਵਚਨ ਨੂੰ ਆਪਣੇ ਅੰਦਰ ਲੈ ਲਓ, ਪਰਮੇਸ਼ਵਰ ਦਾ ਮਸਾ ਆਪਣੇ ਅੰਦਰ ਲੈ ਲਓ ਹਾਂਜੀ। ਇਹ ਵਚਨ ਜਿਹੜਾ ਆ ਸਾਮਰਥ ਨਾਲ ਭਰਿਆ ਹੋਇਆ, ਜਾਨੀ ਸਾਮਰਥ ਦਾ ਮਤਲਬ ਹੁੰਦਾ ਸ਼ਕਤੀ, ਤਾਕਤ ਨਾਲ ਭਰਿਆ ਹੋਇਆ। ਤੇ ਬਾਣੀ 'ਚ ਇਹ ਵੀ ਲਿਖਿਆ ਆ, ਇਨਸਾਨ ਰੋਟੀ ਨਾਲ ਜਿਉਂਦਾ ਨਹੀਂ ਹਾਂਜੀ। ਥੋੜਾ ਅੰਨ ਖਾ ਕੇ ਵੀ ਗੁਜ਼ਾਰਾ ਕਰ ਸਕਦੇ ਹਾਂ, ਰੋਟੀਆਂ ਖਾਣ ਦੀ ਨਹੀਂ ਲੋੜ, 2 ਨਾਲ ਵੀ ਗੁਜ਼ਾਰਾ ਹੋ ਜਾਣਾ। ਸਰੀਰ ਹੀ ਕਮਜ਼ੋਰ ਹੋ ਜਾਊਗਾ, ਆਤਮਾ। ਤੇ ਸੰਤ ਪੌਲੁਸ ਨੇ ਇਸ ਲਈ ਕਿਹਾ ਹੈ, ਕਹਿੰਦਾ ਸਰੀਰ ਤੋਂ ਭਾਵੇਂ ਅਸੀਂ ਕਮਜ਼ੋਰ ਹਾਂ, ਪਰ ਹੈ ਅਸੀਂ ਕਿਲਿਆਂ ਨੂੰ ਢਾ ਦੇਣ ਵਾਲੇ ਹੈ ਨਾ। ਸਰੀਰ ਤੋਂ ਭਾਵੇਂ ਤੁਸੀਂ ਕਮਜ਼ੋਰ ਨਜ਼ਰ ਆਓ, ਪਰ ਆਤਮਾ ਚੋਂ ਦਲੇਰ ਹੋਣੇ ਚਾਹੀਦੇ ਆ ਭਾਈ। ਆਤਮਾ ਤੋਂ ਤਕੜੇ ਹੋਣੇ ਚਾਹੀਦੇ ਆ ਤੁਸੀਂ। ਅੱਜ ਮੈਂ ਸਵੇਰੇ ਜਦ ਸਾਰੇ ਵਚਨ ਨੂੰ ਪੜ੍ਹ ਰਿਹਾ ਸੀਗਾ, ਮੈਨੂੰ ਪਰਮੇਸ਼ਵਰ ਦਾ ਆਤਮਾ ਇੰਨਾ ਦਲੇਰ, ਇੰਨਾ ਤਕੜਾ ਕਰ ਰਿਹਾ ਸੀਗਾ ਹੈ ਨਾ। ਤੇ ਮੇਰੇ ਹਰ ਐਤਵਾਰ ਦਾ ਇੱਕ ਰਿਕਾਰਡ ਆ
सिर्फ एक कप चाह का पीता हुंदा, मैं बादाम नहीं खाते हुंदे। कई बार कई लोग कहते तुसीं इन्ना बोलदे किदां है? मैं क्या, बुलाउण वाला आपे बुला लैंदा, करवाउण वाला आपे करा लैंदा। हाँ जी, सामर्थ तां ओह दिंदा है, शक्ति तां ओह दिंदा है। हाँ जी, बस तुसीं ओहदी वडियाई करना है। काम छोटे छोटे ही है, बहुत बड़े काम नहीं, बड़े औखे काम नहीं है। जे ਉਹਦੀ ਸਾਮਰਥ ਨੂੰ ਦੇਖਣਾ, ਜੇ ਉਹਦੀ ਸ਼ਕਤੀ ਨੂੰ ਦੇਖਣਾ, ਜੇ ਉਹਦੇ ਪਰਾਕਰਮ ਨੂੰ ਦੇਖਣਾ, ਜੇ ਉਹਦੀ ਸਾਮਰਥ ਨੂੰ ਦੇਖਣਾ ਆ ਤੁਸੀਂ, ਹਾਂਜੀ, ਉਹ ਮਾਮੂਲੀ ਗੱਲਾਂ ਨਹੀਂ ਆ ਇਹ ਸਾਰਾ। ਪਰਮੇਸ਼ਵਰ ਨੂੰ ਤੁਸੀਂ ਆਪਣੀ ਭਗਤੀ ਦੇ ਨਾਲ ਉਤਾਰ ਸਕਦੇ ਆ। ਇਹ ਤਾਂ ਇੱਕ ਸੰਸਾਰੀ ਕਹਾਵਤ ਆ ਕਿ ਤੁਸੀਂ ਉਹਨੂੰ ਲਾ ਸਕਦੇ ਆ ਆਪਣੀ ਭਗਤੀ। ਉਹ ਲਾਉਣ ਦੀ ਕੀ, ਉਹ ਤਾਂ ਤੁਹਾਡੇ ਵਿੱਚ ਹੀ ਆ, ਉਹ ਤਾਂ ਤੁਹਾਡੇ ਕੋਲ ਹੀ ਆ। ਹਾਂਜੀ, ਬਸ ਮਹਿਸੂਸ ਕਰਨ ਵਾਲੀ ਆ ਗੱਲ। ਥੋੜਾ ਦੇਖ ਲਓ ਅਗਲਾ ਲਫ਼ਜ਼ ਉਹਦਾ, ਅਤੇ ਤੂੰ ਬਿਛੂਆਂ ਦੇ ਵਿੱਚ ਵਸਦਾ ਹੈ। ਬਿੱਛੂ, ਪਿਛਲੇ ਸਮੇਂ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਨਾ कि मां ने कहा पुत इत्थे ना खेड, लेकिन वो नहीं मन्या। फिर उस तो बाद बिच्छू ने अपना डंग छड़ दिता। सुभाव ही इहो आ ओहदा। हाँ जी, सप का सुभाव ही ओहो आ। हाँ जी, पर हजारों लोग जिहड़े आ सिमरन करन वाले, हजारों लोग जिहड़े आ वो दुनिया के उत्ते रब की वडियाई करन वाले आ, वो बिच्छू दे जहर नाल भरे हुए, सप दे विष नाल भरे हुए। हाँ जी, वो डंग छड्डणगे, मारनगे डंग। पर जे तुसी अमृत दे नाल भरे हुए आ, पवित्रता दे नाल भरे हुए आ, ते तुहाडे शब्दां दे नाल किसे नूं शांति मिल जाऊगी। तुहाडी अरदास दे नाल किसे दे कोल शांति पहुंच जाऊगी। ਅਸੀਂ ਅਰਦਾਸ ਨੂੰ ਬਹੁਤ ਮਾਮੂਲੀ ਜਿਹੀ ਗੱਲ ਸਮਝਦੇ ਹਾਂ। ਹਾਂਜੀ, ਮੈਂ ਇੱਕ ਦਿਨ ਇਸੇ ਗੱਲ ਦੇ ਉੱਤੇ ਧਿਆਨ ਕਰਦਾ ਸੀ, ਜੇ ਜੰਮ ਪਵੇ ਤੇ ਤਦ ਅਰਦਾਸ ਆ, ਜੇ ਮਰ ਜਾਵੇ ਤੇ ਤਦ ਅਰਦਾਸ ਆ। ਹਾਂਜੀ, ਜੇ ਕੋਈ ਹੋਰ ਕੰਮ ਹੋਵੇ ਤੇ ਤਦ ਅਰਦਾਸ ਆ, ਜੇ ਵਿਆਹ ਹੋਵੇ ਤੇ ਤਦ ਵੀ ਅਰਦਾਸ ਆ। ਉਹ ਅਰਦਾਸ ਤਾਂ ਬਹੁਤ ਇੰਪੋਰਟੈਂਟ ਆ। ਅਰਦਾਸ ਦੇ ਨਾਲ ਤਾਂ ਵੱਜ ਜਾਂਦੀਆਂ ਸਾਰੀਆਂ ਚੀਜ਼ਾਂ, ਬੇਨਤੀ ਨਾਲ ਸਾਰੀਆਂ ਚੀਜ਼ਾਂ ਵੱਜਦੀਆਂ। ਤੇ ਬਾਈਬਲ ਨੇ ਕਈ ਹਜ਼ਾਰ ਸਾਲ ਪਹਿਲਾਂ ਦੱਸ ਦਿੱਤਾ, ਜੋ ਤੂੰ ਅਰਦਾਸ ਕਰਕੇ ਬੰਨੇਗਾ ਸਵਰਗ ਦੇ ਵਿੱਚ ਵੱਜ ਜਾਊਗਾ, ਜੋ ਤੂੰ ਧਰਤੀ ਤੇ ਖੋਲੇਗਾ ਸਵਰਗ ਦੇ ਵਿੱਚ ਖੋਲਿਆ ਜਾਵੇਗਾ। ਉਹ ਮਾਮੂਲੀ ਗੱਲਾਂ ਨਹੀਂ ਆ ਭਾਈ ਮੇਰੇ। ਤੇਰੀ ਸੋਚੀ ਹੋਣੀ ਕੀ ਆ, ਸਮਝ ਹੋਣੀ ਕੀ ਆ, ਤਾਂ ਕੀ ਕਰ ਸਕਦੇ। ਸਮਝ ਨੂੰ ਵਧਾ ਲਾ, ਆਪਣੇ ਗਿਆਨ ਨੂੰ ਵਧਾ ਲਾ, 2 ਰੋਟੀਆਂ ਘੱਟ ਖਾ ਲਾ। ਜੇ ਅਸੀਂ 2 ਰੋਟੀਆਂ ਘੱਟ ਖਾ ਲਵਾਂਗੇ ਮਰ ਨਹੀਂ ਜਾਵਾਂਗੇ, ਪਰ ਜੇ ਅਸੀਂ ਸਿਮਰਨ ਦਾ 1 ਘੰਟਾ ਕਰਦੇ ਆ ਤੇ ਅਸੀਂ 1.5 ਘੰਟਾ ਕਰ ਦਈਏ ਤੇ ਉਹ ਸਾਡੇ ਲਈ ਆਸ਼ੀਸ਼ ਦਾ ਕਾਰਨ ਆ। 1.5 ਤੋਂ 2 ਘੰਟੇ ਚ ਚਲੇ ਜਾਓ, 2 ਘੰਟੇ ਚੋਂ 3 ਘੰਟਿਆਂ ਚ ਚਲੇ ਜਾਓ। ਹਾਂਜੀ, ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਬੰਦੇ ਦੇ ਬਾਰੇ ਸੁਣ ਰਿਹਾ ਸੀਗਾ। ਉਹ ਕਹਿ ਰਿਹਾ, ਜਦ ਮੈਂ ਸਿਮਰਨ ਤੇ ਬਹਿਣਾ 6 ਘੰਟੇ ਸਿਮਰਨ ਚ ਬਹਿਣਾ ਹੈ। ਮੈਨੂੰ ਬਹੁਤ ਵਧੀਆ ਗੱਲ ਲੱਗੀ। ਮੈਂ ਤਜਰਬਾ ਕਰਕੇ ਦੇਖਿਆ ਕਿ 6 ਘੰਟੇ ਬੈਠ ਹੁੰਦਾ। ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚਾ ਸੀਗਾ ਔਰ ਉਹ ਸਿਰ ਸੱਟ ਕੇ ਪਿਆ ਸੀਗਾ ਔਰ ਬੁਰੀ ਹਾਲਤ 'ਚ ਸੀਗਾ। 8 ਮਹੀਨੇ ਦਾ ਬੱਚਾ ਸੀ, ਮਰਨ ਦੀ ਪਰਿਸਥਿਤੀ 'ਚ ਸੀਗਾ। ਤੇ ਜਦ ਉਹਦਾ ਸੁਨਾਹ ਮੈਨੂੰ ਦੱਸਿਆ ਗਿਆ, ਪਤਾ ਨਹੀਂ ਮੇਰੇ ਅੰਦਰ ਕਿਹੜੀ ਸਾਮਰਥ ਆਈ, ਕਿਹੜੀ ਸ਼ਕਤੀ ਆਈ, ਉਹਨੇ ਮੈਨੂੰ ਮਜਬੂਰ ਕਰ ਦਿੱਤਾ ਫਾਸਟਿੰਗ 'ਚ ਜਾਣ ਲਈ। ਮੈਂ ਪਹਿਲੇ ਦਿਨ ਫਾਸਟਿੰਗ ਰੱਖੀ 12 ਘੰਟੇ ਦੀ ਔਰ ਮੇਰੇ ਅੰਦਰ ਦੂਸਰਾ ਲਫ਼ਜ਼ ਬੋਲਿਆ, ਕਹਿੰਦਾ 24 ਘੰਟੇ ਫਾਸਟਿੰਗ 'ਚ ਚਲੇ ਜਾ। ਮੈਂ 24 ਘੰਟੇ ਚਲੇ ਗਿਆ। ਕਹਿੰਦਾ 24 ਘੰਟੇ ਹੋਰ ਚਲੇ ਜਾ। ਮੈਂ ਫਿਰ 24 ਘੰਟੇ ਚਲੇ ਗਿਆ। ਕਹਿੰਦਾ 24 ਘੰਟੇ ਹੋਰ ਚਲੇ ਜਾ। ਜਦ ਮੈਂ 3 ਦਿਨ ਦੇ ਡੇ ਐਂਡ ਨਾਈਟ ਫਾਸਟਿੰਗ ਦੇ ਵਿੱਚ ਚਲੇ ਗਿਆ ਤੇ ਚੌਥੇ ਦਿਨ ਉਹਨਾਂ ਦੇ ਘਰ ਤੋਂ ਸੁਨਾਹ ਆ ਗਿਆ
ਕਹਿੰਦੇ ਉਹ ਜਿਹੜਾ ਬੱਚਾ ਮਰਨ ਦੀ ਪਰਿਸਥਿਤੀ ਦੇ ਵਿੱਚ ਸੀਗਾ ਉਹ ਠੀਕ ਹੋ ਗਿਆ। आमीन। ਕਰਦਾ ਤੇ ਮੇਰੇ ਭਰਾਵੋ ਤੇ ਮੇਰੇ ਭੈਣੋ ਉਹ ਆ, ਮੈਂ ਨਹੀਂ ਕਰਦਾ ਕੁਝ ਵੀ। ਤੁਸੀਂ ਹੈ ਕੀ ਆ ਜਾਂ ਮੈਂ ਕੀ ਆ, ਹੈ ਨਾ? ਉਹ ਸ਼ਕਤੀ ਤਾਂ ਉਹਦੀ ਆ, ਸਾਮਰਥ ਤਾਂ ਉਹਦੀ ਆ, ਉਹ ਕੰਮ ਕਰਦੀ ਆ। ਹੁਣ ਪਿਛਲੇ ਮਹੀਨੇ ਦੀ ਫਰੈਸ਼ ਤੁਸੀਂ ਗੱਲ ਸੁਣ ਸਕਦੇ ਆ। ਹੁਸ਼ਿਆਰਪੁਰ ਚੋਂ ਹਸਪੀਟਲ ਚੋਂ ਜਵਾਬ ਦੇ ਦਿੱਤਾ, ਆਦਮਪੁਰ ਦੇ ਹਸਪੀਟਲ ਨੇ ਜਵਾਬ ਦੇ ਦਿੱਤਾ, ਉਹਨਾਂ ਦੇ ਪਿੰਡ ਦੇ ਹਸਪੀਟਲ ਨੇ ਜਵਾਬ ਦੇ ਦਿੱਤਾ, ਜਲੰਧਰ ਦੇ ਹਸਪੀਟਲ ਨੇ ਜਵਾਬ ਦੇ ਦਿੱਤਾ। और मैं क्या भैन मेरी है, जब तेन सारे हॉस्पिटल ने जवाब दिता तो मैं की करा? कहते तुसी उन्हां लई प्रार्थना कर। मैं क्या तुहानूं विश्वास आ कि प्रार्थना नाल वो डिलीवरी हो जाऊगी? उन्होंने रैफर कर दिता, कहते अमृतसर चले जाओ। और वो कहते जिन्ना टाइम है उन्ने टाइम च असीं पहुंच नहीं सकते, पहुंचते पहुंचते हो सकता कि टाइम ओवर हो चुका है, बच्चा मर जाए। जब इत्थे आदमपुर एक होर हॉस्पिटल आ उत्थे लगाए सरिंद्रा दे कोल, ते उन्हें क्या इत्थे साइन कर दिओ, कहंदी बच्चा नहीं हो बचना। अगर तुसी 4 घंटे या 3 घंटे होर लेट कर दिता ते मां भी नहीं हो बचनी। हुण तां एक मरना या फिर दोनों ही मर जाने आ। मैनू फिर फोन आया, और मैं क्या पुत्र जीवन मौत तो रब के हाथ च, फाइल चक ते साइन कर दे, बचाना उहदा काम है, ना बचाना भी उहदा काम है, देना ते लेना उहदा काम है। ठीक है, तू तो मैं की कर सकते अपना, है ना? मनुख का काम है जो मनुख करे, जो ईश्वर का काम है, जो प्रभु का काम है वो प्रभु करे। मैं मेरे वाइफ ने बैठ के असी प्रार्थना की, और उस तो बाद दे विच 1 घंटे के बाद फोन आ गया मैनू, कहंदे पास्टर जी जय मसीह दी। मैं क्या की हो गया? जय मसीह दी, ठीक ठाक आ? कहंदे जी बच्चा भी बच गया आ ते कुड़ी भी बच गई, और उहदे नाल नाल कहंदे तुहानू पादरी साहब जी बधाइयां। मैं क्या पुत तेन सवा बधाइयां, कहंदे खुदा ने एक लड़का दिता है। नाल ही 6 घंटे बाद एक होर कहंदे पास्टर जी ओदा ब्रेन जिहड़ा आ वो काम नहीं कर रहा, बच्चे नूं दौरे पैने शुरू हो गए। मैं क्या हौसला रख पुत, ब्रेन नूं किन बनाया? परमेश्वर ने। तेरे हार्ट नूं किन बनाया? परमेश्वर ने। जे मैं क्या उसकी जान बचा सकता है तो ब्रेन के दौरे भी हटा सकता है। तुहाडा जो उपचार है तुसी करो, है ना? जो तुहाडा हीला वसीला वो कर लो तुसी, है ना? लेकिन असी तो पुत्र प्रार्थना कर सकते हैं। और जब असी दोबारा प्रार्थना की, हाँ जी, ते परमेश्वर ने उस बच्चे नूं दौरियां तो भी रिलीज कर दिता, और वो बच्चा बिल्कुल चंगा है। 17 तरीक को फिर स्कैन हुई, और स्कैन होने तो बाद डॉक्टर कहता ये बच्चा बिल्कुल नॉर्मल है, इन्हें कोई ट्रबल नहीं है। आमीन, हालेलुया। सो परमेश्वर की नहीं कर सकता, सब कुछ कर सकता है। ये गल्लां मैं तुहानूं इसलिए दसियां आ, अपनी वडियाई लई नहीं, मैं ओदी वडियाई करदा आ, तुहाडा विश्वास होर मजबूत होवे, ओदी संजो नूं पहन लो, ओदी पवित्रता नूं पहन लो, है ना? घबराओ ना किसी गल तो, क्योंकि जिस संसार दे विच तुसीं रहिंदे हो उस संसार दे विच सब कुछ होना है ना? ये कदी हो ही नहीं सकता कि तुसीं तुरो ते ठोकर ना लगे। ये कदे हो ही नहीं सकता कि तुसीं तुरो ते तुहाडे पैर दे विच कंडा ना लगे। ये छोटियां छोटियां 2 गल्लां मैं तां तुहानूं दसियां, तुहाडे जीवन च दुख ते सुख तां नाल नाल ही बनिया है ना, है ना? ये तो कदी हो ही नहीं सकता, धुप ना होवे या छां ना होवे, ये सब कुछ होना है।
इंसान बनया ही इसलिए है ना। बस तुसी उहदी वडियाई करनी है। हाँ जी, एक गल मैनूं होर याद आउंदी आ कि पौलुस जिहड़ा आ वो कह रहा आ ये जगत के कूड़े नूं छड्ड दे। बड़ा जफा पा के बैठे, बड़ा घुट के बैठे है ना। मतलब कि दुनियादारी दी चीज़ां जगत का कूड़ा ही तो है ना, नाल थोड़ी जाना। पता भी है बंदे नूं, दूजियां नूं तमसीला भी दे के आउंदा है जी, पर उसे कूड़े नूं आप फड़िया होया, उस कूड़े नूं आप थोड़ी छड्डदा उन्हें। मेरा आ हाँ जी, ते बड़ियां गल्लां भी सुणाउंदे आ, पर छड्डना कादिया। हाँ जी, ओ मेरा 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 कद छड्डना है। हाँ जी, सब कुछ होना चाहिए तुहाडी लोड़ मुताबक, उहदा आनंद माणो, उहदी मौज माणो जो रब ने तुहानू दिता है, उन्ना जिन्ना तुहानू दिता है शुक्रगुजारी करो। और इंग्लिश में बहुत वधिया वर्ड है द थैंक ऑफ गॉड, या कह सकते हो द थैंक ऑफ लॉर्ड, कि तेरा शुक्र है जो तू मैनू दिता है और जिथे तू मैनू रखा है। आमीन। पर यह नहीं सब तो हैगा, ये नहीं हैगा। एक कदम थोड़ा जिहा होर अगे वध जावां, एक कदम मैं होर थोड़ा जिहा वध जावां अगे। हाँ जी, नीयत माड़ी है ना, बाणी सानू शुद्ध करती है, बाणी सानू पवित्र बनाउंदी है ना, पर बाणी की गल नूं हाँ जी बुल्लां दे उत्ते या अंदर तो है नहीं। हाँ जी, पढ़ लो जरा। कहना मैं जानता है पर उन्हां दीयां गल्लां तो ना डर, उन्हां दीयां गल्लां तो ना डर, ਅਤੇ ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਨਾ ਘਬਰਾ। ਉਹਨਾਂ ਦੇ ਚਿਹਰਿਆਂ ਨੂੰ ਵੇਖ ਕੇ ਵੀ ਨਾ ਘਬਰਾਵੋ, ਕਿਉਂ ਜੋ ਲਾਲ ਹੋ ਸਕਦੇ, ਡਰਾਵਣੇ ਹੋ ਸਕਦੇ ਆ। ਹਾਂਜੀ, ਉਹ ਤੁਹਾਡੇ ਉੱਤੇ ਅਤਿਆਚਾਰ ਕਰ ਸਕਦੇ ਆ। ਕਹਿੰਦਾ ਨਾ ਡਰੀ, ਹੈ ਨਾ। ਡਰਨਾ ਤਾਂ ਉਸ ਪਰਮੇਸ਼ਵਰ ਤੋਂ ਡਰ। ਉਹ ਤੋਂ ਪਹਿਲਾਂ ਮੈਂ ਪਿੱਛੇ ਕੁਝ ਤੁਹਾਨੂੰ ਦੱਸ ਕੇ ਹਟਿਆ। ਹਾਂਜੀ, ਉਹਦੀ ਫੌਜ ਅਲੱਗ ਹੈ, ਉਹਦਾ ਕੰਮ ਅਲੱਗ ਆ। ਤਲਵਾਰਾਂ ਵਾਲੀ ਨਹੀਂ ਫੌਜ ਭੇਜਦਾ, ਬੰਦੂਕਾਂ ਵਾਲੀ ਨਹੀਂ ਫੌਜ ਭੇਜੀ ਉਹਨੇ। ਕਿਹੜੀ ਫੌਜ ਭੇਜੀ ਉਹਨੇ? ਕਹਿੰਦਾ ਜਾਓ, ਡੇਮੂਆਂ ਨੂੰ ਹੁਕਮ ਦੇ ਦਿੱਤਾ, ਡੇਮੂ ਸਾਰੇ ਉੱਥੇ ਫੌਜ ਦੇ ਉੱਤੇ ਉਤਰਿਆ, ਤੜਫਾ ਪਾਤਾ ਉੱਥੇ ਉਹਨਾਂ, ਨੱਠ ਗਏ ਸਾਰੇ। ना डर, कहना घबराओ ना, कहना एक लफ्ज़ हो गया, कहना मैं जगत में जीत गया। आमीन आमीन। अगे थोड़ा जिहा क्यों जो वो एक आकी घराना है, ਉਹ ਇੱਕ ਆਕੀ ਘਰਾਣਾ ਹੈ। ਅਤੇ ਤੂੰ ਮੇਰੀਆਂ ਗੱਲਾਂ 7 वचन तक पढ़ लिया। ਲਗਾ ਪੜ੍ਹਨ। हाँ जी, पढ़ो 7 वचन। ਅਤੇ ਤੂੰ ਮੇਰੀਆਂ ਗੱਲਾਂ ਉਹਨਾਂ ਨੂੰ ਬੋਲ, तू मेरियां गल्लां उन्हां नूं बोल। देखिए परमेश्वर का पवित्र शब्द जिहड़ा है वो दस रहा है, तू मेरियां गल्लां उन्हां नूं दस। किन्हां नूं? संसार नूं, संसार दे लोकां नूं, जिहड़े परमेश्वर दे मगर चलदे उन्हां नूं। हाँ जी, तां जो वो अपने बुरे कामां नूं छड्ड के भगती का रूप धारण कर लैण। जब भगती का रूप धारण कर लैणगे ते भगती ਦਾ ਮੂਲ ਜਿਹੜਾ ਆ ਉਹ ਬਹੁਤ ਵੱਡਾ ਆ। ਭਗਤੀ ਦਾ ਭੇਤ ਜਿਹੜਾ ਆ ਬਹੁਤ ਵੱਡਾ ਆ। ਉਹ ਮਸਾਂ ਉਹਨਾਂ ਨੂੰ ਮਿਲੂਗਾ, ਉਹ ਸਾਮਰਥ ਉਹਨਾਂ ਨੂੰ ਮਿਲੇਗੀ, ਹੈ ਨਾ। ਭਗਤੀ ਦਾ ਭੇਤ ਕਹਿੰਦਾ ਬਹੁਤ ਵੱਡਾ ਆ, ਨਿਆਰਾ ਆ, ਹੈ ਨਾ। ਇੱਕ ਲਫ਼ਜ਼ ਹੋਰ ਥੋੜਾ ਦੇਖ ਲਓ ਅੱਗੇ। ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਭਾਵੇਂ ਸੁਣਨ ਤੇ ਭਾਵੇਂ ਨਾ ਸੁਣਨ। ਆਸ ਇਸ ਗੱਲ ਨੂੰ ਪੱਲੇ ਬੰਨ ਲਿਓ ਜੀ, ਭਾਵੇਂ ਸੁਣਨ ਤੇ ਭਾਵੇਂ ਨਾ ਸੁਣਨ। ਤੂੰ ਸੁਣਾਵੇਂ, ਕਹਿੰਦਾ ਸੁਣਾਉਣ ਵਾਲੇ ਨੂੰ ਇਸ ਲਈ ਉਹਨੂੰ ਚੁਣਿਆ ਹੈ, ਇਸ ਲਈ ਉਹਨੂੰ ਅਲੱਗ ਕੀਤਾ ਆ। ਹਾਂਜੀ,
ਭਾਵੇਂ ਕਹਿੰਦਾ ਸੁਣ ਤੇ ਭਾਵੇਂ ना सुनो। ਤੂੰ ਸੁਣਾਈ ਜਾਵੇ। ਤੁਸੀਂ ਸਿਮਰਨ ਕਰਨਾ, ਸਿਮਰਨ ਕਰੀ ਚੱਲੋ, ਹਾਂਜੀ, ਫਲ ਆਪੇ ਹੀ ਆ ਜਾਣਾ। ਤੁਹਾਨੂੰ ਫਲ ਮਿਲ ਆਊਗਾ। ਭਗਤੀ ਦਾ ਫਲ ਹੋ ਰਿਹਾ, ਸਰੀਰ ਦਾ ਫਲ ਹੋ ਰਿਹਾ, ਸੰਸਾਰ ਦਾ ਫਲ ਹੋ ਰਿਹਾ ਹੈ ਨਾ। ਹਾਂਜੀ, ਅੱਗੇ ਚਲੋ ਜਰਾ। क्यों जो वो आकी हैं, ਉਹ ਆਕੀ ਆ, ਉਹਨਾਂ ਦੇ ਕੰਨ ਜਿਹੜੇ ਆ ਬੰਦ ਹੋ ਚੁੱਕੇ ਆ। ਹਾਂਜੀ, ਉਹਨਾਂ ਨੂੰ ਜਿੰਨਾ ਮਰਜ਼ੀ ਸੁਣਾਈ ਚਲੋ, ਜਿੰਨਾ ਮਰਜ਼ੀ ਦੱਸੀ ਚਲੋ, ਹਾਂਜੀ, ਉਹ ਫਿਰ ਵੀ ਆਪਣੀਆਂ ਰਾਹਾਂ ਦੇ ਉੱਤੇ ਆਪਣੀ ਮਰਜ਼ੀ ਨਾਲ ਤੁਰਦੇ ਆ, ਹੈ ਨਾ। ਕਿ ਇੱਕ ਲਫ਼ਜ਼ ਮੈਂ ਚਾਹ ਰਿਹਾ ਆ ਕਿ ਤੁਸੀਂ ਹੋਰ ਥੋੜਾ ਦੇਖ ਲਓ। ਉਹ ਦੱਸ ਰਿਹਾ ਮੈਂ ਜਾਣਦਾ ਆ ਤੂੰ ਕਿੱਥੇ ਆ। ਪੜੋ ਜਰਾ ਪ੍ਰਕਾਸ਼ਿਤ ਵਾਕਿਆ 2 ਅਧਿਆਇ ਉਹਦਾ 13ਵਾਂ ਵਚਨ ਦੇਖੋ। ਪਰਮੇਸ਼ਵਰ ਦਾ ਵਚਨ ਜਿਹੜਾ ਆ ਸਾਫ਼-ਸਾਫ਼ ਦੱਸੀ ਜਾਂਦਾ ਹੈ, ਉਹਦੀ ਬਾਣੀ ਜਿਹੜੀ ਹੈ ਸਾਨੂੰ ਸਾਫ਼-ਸਾਫ਼ ਦੱਸੀ ਜਾਂਦਾ ਹੈ। मैं जानता हाँ, मैं जानता, परमेश्वर की नहीं जानता है ना? वो कह रहे मैं जानता है, सब कुछ जानता। एवं ना भुले करो, ये भी ना कहो कि मेरी सुनता नहीं, सुनता है तो जानता भी है, वो उत्तर देना भी जानता है ते वो सुनना भी जानता है। सुनो अगे फिर। मैं जानता हाँ तू उथे वसदा है, तू उत्थे वसदा, मतलब कि स्वर्ग का परमेश्वर इस तरह बयान कर रहा है। वो इंसान के बारे दस रहा है, मैं जानता तू उत्थे वसदा है। कित्थे वसदा है? जिथे शैतान दी गद्दी, हाँ जी, जिथे पाप दा राज आ, हाँ जी, जिहदा राजा लूसीफर, जिहदा राजा अकाल आ, काल जिन्होंने असीं कहने ना, लूसीफर, जिन धरती नूं कौमां नूं प्रेरिया होया है। पढ़ दो जी, पढ़ दो जरा। मैं जानता कि तू उत्थे वसदा है। मैं जानता हाँ तू उथे वसदा है जिथे शैतान दी गद्दी है। मैं जानता है तू उत्थे वसदा है जिथे की है शैतान दी गद्दी है। जानी के ओदा तख्त आ, धरती जिहड़ी आ ओदा तख्त आ, पताल जिहड़ा ओदा तख्त आ, उस लूसीफर दा तुसी उत्थे रहने अगे। अते तू तकड़ाई नाल मेरा नाम फड़ी रखदा है। और तू तकड़ाई ना किदा जी, निर्बल नहीं होके, कमजोर नहीं होके, तकड़ाई ना मेरे शब्द नूं, मेरी बाणी नूं फड़ी रखदा है। फड़ी रखदा। अते अंतिपास जो मेरा गवाह, अंतिपास जो मेरा गवाह आ, अते मेरा मातबर जन, मेरा मातबर जन आ, ਜਿਹੜਾ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ, ਜਿਹੜਾ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ, ਜਿੱਥੇ ਸ਼ੈਤਾਨ ਵਸਦਾ ਹੈ, ਜਿੱਥੇ ਦੁਸ਼ਟ ਵਸਦਾ ਹੈ। ਕੀ ਨਹੀਂ ਪਤਾ ਖੁਦਾ ਨੂੰ ਕਿਹੜਾ ਅੰਤਿਪਾਸ ਜਿਹੜਾ ਤੁਹਾਡੇ ਵਿੱਚ ਮਾਰਿਆ ਗਿਆ। ਮੈਂ ਜਾਣਦਾ ਕਿ ਸਾਰਾ ਕੁਝ ਮੈਨੂੰ ਪਤਾ ਹੈ ਕਿ ਪਰ ਹਾਲੇ ਢਿੱਲ ਦਾ ਸਮਾਂ ਨਾ, ਹਾਲੇ ਦਇਆ ਦਾ ਸਮਾਂ ਨਾ, ਹਾਲੇ ਨਿਆਂ ਦਾ ਸਮਾਂ ਸ਼ੁਰੂ ਨਹੀਂ ਨਾ ਪੈਣਾ। ਕਹਿੰਦਾ ਮੈਂ ਜਾਣਦਾ ਤੂੰ ਉੱਥੇ ਵਸਦਾ ਜਿੱਥੇ ਸ਼ੈਤਾਨ ਦੀ ਗੱਦੀ ਹੈ। ਕੰਪਲੀਟ ਕਰ ਲਈ ਹੋਇਆ। ਹਾਂਜੀ, ਉਹਦੇ ਦਿਨੀ ਵੀ ਤੈਂ ਮੇਰੀ ਨਿਹਚਤ ਤੋਂ ਇਨਕਾਰ ਨਹੀਂ ਕੀਤਾ। ਉਹਨਾਂ ਦਿਨਾਂ ਦੇ ਵਿੱਚ ਵੀ ਜਦ ਇੰਨੀ ਤੰਗੀ ਸੀ, ਜਦ ਇੰਨੀ ਮੁਸੀਬਤ ਸੀਗੀ, ਅੰਤਿਪਾਸ ਜਦ ਮਾਰਿਆ ਗਿਆ, ਹਾਂਜੀ, ਤੇ ਉਹਨਾਂ ਦਿਨ, ਹਾਂਜੀ, ਤੂੰ ਮੇਰੇ ਸ਼ਬਦ ਨੂੰ ਫੜੀ ਰੱਖਿਆ, ਤੂੰ ਮੇਰਾ ਸਿਮਰਨ ਕੀਤਾ, ਹਾਂਜੀ,
तू मेरे शब्द का सिमरन करन तो पिछे नहीं हटिया। कहना मैं जानता है। सो तुहाडी मेहनत प्रभु दे विच थोथी नहीं है। सो मुक्कदी गल आ भाईओ ते भैणों, तुहाडी मेहनत प्रभु दे विच व्यर्थ नहीं आ। तुहाडा सिमरन व्यर्थ नहीं आ। तुहाडा थोड़ा जिहा टाइम कढिया होया व्यर्थ नहीं आ। तुसी अपने कन्नां नूं बंद कर लो। तुसी दुनियादारी वाल ध्यान ना दिओ। बहुत सारे लोग तुहानूं बहुत कुछ कहणगे। जे तुसी उधर नूं ध्यान दोगे तो फिर अपने काम नहीं कर सकते। तुसी जे तुसी उतली पौड़ी ते चढ़ना है तो फिर तुसी चढ़ नहीं सकते जे तुसी सज्जे खब्बे ध्यान देण लग पए। जे तुसी उपरली पौड़ी दे उत्ते चढ़ना है फिर कंन बंद कर लो। कोई तुहानूं चंगा कहे तद भी धन्नवाद है, कोई तुहानूं माड़ा कहे तद भी धन्नवाद है। हाँ जी, शुक्रगुजारी करो, बस कान बंद कर लो अपने। जे तुसी अपनी मंजिल ते पहुंचना है, जे तुसी सर्वश्रेष्ठ परमेश्वर दे कोल पहुंचना है, जे तुसी उस दे नाल अपना मतलब प्रीत गंढ लई आ, कह सकते हैं जे उहदे नाल गठ जोड़ पा लिया है। पंजाबी दे लफ्ज़ जिहड़े है ना, जे तुसी उहदे नाल प्रीत पाल लई आ जां तुसी उहदे नाल प्रीत ला लई आ, फिर दुनियादारी तो अपने काम नूं बंद कर लो। कोई तुहाडे बारे की कहंदा फिक्र ना करो। कोई तुहाडे पत्थर भी मारदा, कोई फिक्र ना करो। सहन बोलो, सहन दा मादा तुहाडे विच होना चाहिए। सहन दी शक्ति तुहाडे विच आउणी चाहिए है। जब तक सहन दी शक्ति तुहाडे विच नहीं आउंदी तब तक तुसीं उहदे योग फल नहीं दे सकते। कहावतां तां तुसीं बड़ियां सुणियां आ, उत्ते लिखिआ कि जिहड़े फलदार दरख्त हुंदे उन्हां नूं पत्थर पैंदे ही हुंदे, है ना। फलदार दरख्त बनोगे तो पत्थर पैणगे ना। टाणियां भी टुट जांदियां फलदार दरख्त दियां, वड्डियां भी जांदियां, पर 2020 च उन्हां दा फल भावें थोड़े होवे, 2021 च ज्यादा होएगा। आमीन। 2022 च उहदा उस तो भी ज्यादा होगा। आमीन। फिर झाड़ उहदा देख लियो, झाड़ भी वध होना। हाँ जी, फलार भी वध होना। फलदार दरख्त बनना बहुत अलायदा गल। पत्थर पैण दिओ, कट होण दिओ, दुख चलो, प्रभु दे लायक बनो। आमीन आमीन। आगे थोड़ा चलो। हाँ जी, कंप्लीट हो गई। ठीक है जी। ठीक है। ते इहदे नाल दो आयतां इत्थे पढ़ के आपां समाप्ति करने वाले हैं। लूकास सुसमाचार उहदा 10 अध्याय और उहदा 18वां वचन भी थोड़ा पढ़ लो। और जब तुसीं 18वां वचन पढ़दे आ कि उत्थे लिखिआ आ, उसने उन्हां नूं आख्या, मैं शैतान नूं बिजली वांग आकाश तो डिग्गा होया देखिया। इत्थे परमेश्वर अपने चेलियां नाल गल कर कहंदा, मैं जानदा तुसीं कित्थे रहिंदे हो जिथे शैतान दी गद्दी आ। आमीन। और तुहानूं बहुत अज सामर्थ वाला वचन मिलिया है, एक अभिषेक और एक अनॉइंटिंग का वचन मिलिया है। पढ़ो जरा। उसने उन्हां नूं आख्या, मैं शैतान नूं बिजली वांग आकाश तो डिग्या होया डिठा। मैं शैतान नूं बिजली वांगू धरती दे उत्ते डिग्गा होया देखिया। कंप्लीट। हाँ जी, 19वां वचन भी पढ़ दिओ। ਵੇਖ ਮੈਂ ਤੁਹਾਨੂੰ ਸੱਪਾਂ ਅਤੇ ਠੂਆਂ ਨੂੰ ਲਿਤਾੜਨ ਦਾ ਅਰ ਵੈਰੀ ਦੀ ਸਾਰੀ देखो वो कह रहा सप्पां ते ठूयां नूं लताड़न दा और वैरी दी सारी शक्ति दे उत्ते तुहानूं की दे दित्ता है?
इख्तियार दे देता है। देना नहीं है, दे देता है। आमीन। 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 शक्ति दे उत्ते तुहानू की दे देता जी? इख्तियार दे देता है। उस इख्तियार को ले लो, रिसीव करो उसको, उस मसा को रिसीव करो। अपनी अखा बंद कर लो और मैं छोटी जी प्रार्थना तुहाडे लिए करन चाह रहा। खुदा दे मुकद्दस कलाम दे विच लिखिआ आ, मैं जानदा कि तू उत्थे वसदा जिथे शैतान दी गद्दी है। और ਉਹਦੇ ਨਾਲ ਕਹਿੰਦਾ ਦੇਖੋ मैं आसमान तो धरती के उत्ते शैतान ਨੂੰ ਡਿੱਗਾ ਹੋਇਆ ਵੇਖਿਆ। मैं वैरी की सारी शक्ति के उत्ते ਤੁਹਾਨੂੰ हक दे दिता है। सप्पां ते ठोयां ਨੂੰ लताड़न की सामर्थ भी ਤੁਹਾਨੂੰ दे दी है। रिसीव करो इन्हें। मैं परमेश्वर के सेवक होंदे होए पवित्र आत्मा की सामर्थ के नाल इस शक्ति को रिलीज करना तुहाडे उत्ते। तुसीं उस मसा नूं पाओ, तुसीं उस अभिषेक नूं पाओ। वो अभिषेक मैं तुहाडे लिए रिलीज करदा है इस वचन के द्वारा। मैं इस वचन के द्वारा अभिषेक को रिलीज करदा है। आमीन। परमेश्वर के मसा नूं भावें असीं शरीर दे विच कमजोर हैं पर किलियां नूं ढा देण वाले हां। तुसीं इस तरह का मसा, इस तरह का अभिषेक पाओ और मैं परमेश्वर के सेवक हुंदे होए तुहाडे लई इस सामर्थ नूं रिलीज कर रहा। बाप, बेटा ते रूपाक दे नाम दे विच। और जिन्हें लोग हुण तक साडे नाल या इस तो बाद भी इस वीडियो को देखन वो भी ब्लेस हो जाए यीशु मसीह दे नाम च। आमीन। खुदा बाप तेरे बेटे बेटियां नो जिन्हां दे लई तू लहू बहाया उन्होंने तेरे हाथ च दे। वो लाचार ते कमजोर ना रहे, विश्वास ईमान च तकड़े बन। यस। अज दा वचन उन्होंने पावरफुल बनावे। आमीन। बार बार इन्हां वचनां नूं सुणन आमीन। यीशु दे पवित्र नाम च मंगदे। आमीन। आमीन। सारे जय मसीह दी। प्रभु तुहानूं आशीष दे। आमीन। God bless you all.